किरण मिले, जल का जल हुआ राम, ज्योति ज्योत रली संपूर्ण थी आराम। ज्योति ज्योत रली संपूर्ण थी आराम। वाहिगुरु जी का खालसा, वाहिगुरु जी की फतेह। सच्चे पातशाह जागदी जोत धन साहिब श्री गुरु ग्रंथ साहिब जी महाराज सतगुरु जी की परम दया सदका महाराज जी के पवित्र दरबार अंदर हफ्तावारी दीवान विच आप हाजरियां भर रहे हो। संगतां वल्लों ये मनाए जा रहे विशेष समागम दमदमी टकसाल के 13वें मुखी श्रीमान संत बाबा करतार सिंह जी खालसा पिंडरां वाले महापुरखों की पवित्र याद नूं समर्पित ने। नौजवानों ने जिवें गतके दे टूरनामेंट चलते सीगे, कुछ समागम क्योंकि महामारी का समा लंबे समय तो यह दौर चल रहा है, जो साल भर साल समागम होंगे उन्होंने भी बहुत विघन पए। शस्त्र विद्या दे ये जौहर गतके का टूरनामेंट इन्हां पवित्र दिनों विच महापुरखों की बरसी की याद नूं समर्पित रखिया, जो कल दे रोज तो चल रहा है। अज शाम के वक्त समाप्ति होवेगी। ये विशेष दीवान अज दा महापुरखों के जीवन ते आपां झात पावांगे। सत संगत जी, महापुरुषों की बाबत सतगुरां ने बाणी दे अंदर लखण कीते है ते वो लखण इहो जे सतगुरां जी ने कीते है, जिवें चंदन का दृष्टांत दिता है, पारस का दृष्टांत दिता है। ये अटल सच्चाई है कि चंदन के रुख के नेड़े जिहड़ा भी रुख हुंदा है वो सारे चंदन की खुशबू वाले बन जाते। चंदन निकट सब चंदन हुई है। कबीर साहब जी ने कहा, कबीर चंदन का बिरवा भला। कहते चंदन का बूटा भला है, छोटा है पर फिर भी भला है। बेड़े ढाक पलास, बेड़े हुंदा घिरिया होया, वो छिछरे दे रुखां नाल घिरिया रवे ते ओदा गुण की है, होए भी चंदन होए रहे, बसे जो चंदन पास। वो छिछरे दे रुख किकर ते निम किन्नी कौड़ी हुंदी है पर ਉਹਦੇ ਵਿੱਚ भी चंदन की खुशबू बढ़ जाती। सारा कुछ ही जंगल ही सारा खुशबू नाल महकण लग पैंदा है। चंदन के बूटे का जिहड़ा छोटापन है वो है महात्मा के अंदर निमरता, नीवापन। अपने अंदर इन्नी निर्माणता है कि कबीर सब ते हम बुरे, हम तज भलो सब कोय, जिन ऐसा कर बुझिया मीत हमारा सोए। कहते इहो जिहा भेद उन्होंने बुझ लिया है, जान लिया है। सब दे चरनां दी धूड़ बनना है उन्हों का छोटापन है, अंदर निमरता है उन्होंने ते संसार दे
ਇਹੋ ਜਿਹੇ ਛਿਛਰੇ ਦੀ ਨਿਆਈ, ਕਈ ਸਕਾਮੀ ਲੋਕ, ਕਈ ਨਿੰਮ ਦੀ ਨਿਆਈ, ਕੌੜੇ ਬੋਲਣ ਵਾਲੇ ਬਹੁਤ ਸਾਰੇ ਉਹਨਾਂ ਦੇ ਦੁਆਲੇ ਰਹਿੰਦੇ ਐ, ਪਰ ਉਹ ਆਪਣਾ ਚੰਦਨ ਵਰਗਾ ਸੁਭਾਅ ਨਹੀਂ ਛੱਡਦੇ ਨਾ। ਇਸ ਕਰਕੇ ਸਾਰੇ ਦੇ ਸਾਰੇ ਉਹਨਾਂ ਜੀਆਂ ਨੂੰ ਉਹ ਭਗਤੀ ਦੀ ਖੁਸ਼ਬੂ ਨਾਲ ਮਹਿਕਣ ਲਾ ਦਿੰਦੇ ਐ ਜਿਹੜੇ ਉਹਨਾਂ ਦੀ ਸੰਗਤ ਕਰਦੇ। ਕਬੀਰ ਜੀ ਨੇ ਬੜੇ ਪ੍ਰਮਾਣ ਦਿੱਤੇ, ਕਹਿੰਦੇ ਨੇ ਕਬੀਰ ਸੰਤਨ ਕੀ ਝੁੰਗੀਆ ਭਲੀ, ਭੱਟ ਕੁਸਤੀ ਗਾਓ, ਆਗ ਲੱਗੋ ਤੇ ਧੌਲ ਹਰ, ਜਿਹ ਨਾਹੀ ਹਰ ਕੋ ਨਾਓ। ਕਹਿੰਦੇ ਸੰਤਾਂ ਦੀ ਝੁੱਗੀ ਭਲੀ ਹੈ। ਝੁੱਗੀ ਤੋਂ ਕਹਿੰਦੇ ਹੈ ਕਿ ਸੰਤਾਂ ਦਾ ਸਰੀਰ ਰੂਪੀ ਝੁੱਗੀ ਭਲੀ ਹੈ, ਜਿਹਦੇ ਉੱਤੇ ਉਹ ਸਾਦੇ ਖੱਦਰ ਦੇ ਵਸਤਰ ਪਹਿਨਦੇ ਹੈ, ਬੜੀ ਸਾਦਗੀ ਵਿੱਚ ਰਹਿੰਦੇ ਹੈ ਤੇ ਵਾਹਿਗੁਰੂ ਦਾ ਨਾਮ ਜਪਦੇ ਹੈ, ਭਾਣਾ ਮਿੱਠਾ ਕਰਕੇ ਮੰਨਦੇ ਹੈ। ਐਡੇ ਐਡੇ ਸਰੀਰ ਜਿਹੜੇ ਬੜੇ ਸੁੰਦਰ ਸਰੂਪ ਨੇ, ਬੜਾ ਬੜਾ ਸ਼ਿੰਗਾਰ ਕਰਦੇ ਹੈ। ਕਹਿੰਦੇ ਧੌਲ ਹਰ ਮੜ ਜਿਹੜਾ ਹੈ ਮਹਿਲਾਂ ਦੀ ਨਿਆਈ, ਉਹ ਐਡੇ ਐਡੇ ਸੋਹਣੇ ਸਰੀਰ ਕਿਸੇ ਕੰਮ ਨਹੀਂ ਆਉਂਦੇ। ਅੰਦਰ ਤਾਂ ਵਾਸ਼ਨਾ ਦੀ ਅੱਗ ਹੀ ਲੱਗੀ ਰਹਿੰਦੀ ਹੈ, ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਹੀ ਲੱਗੀ ਰਹਿੰਦੀ ਹੈ, ਸ਼ਾਂਤੀ ਨਹੀਂ ਕਦੇ ਹੁੰਦੀ। ਬਹੁਤ ਸੰਸਾਰ ਦੇ ਵਡਮੁੱਲੇ ਪਦਾਰਥ ਵੀ ਜੇ ਕਿਸੇ ਨੇ ਭੋਗੇ ਆ ਨਾ, ਉਹਨੂੰ ਸੁੱਖ ਨਹੀਂ ਹੈ। ਪਦਾਰਥਾਂ ਦੇ ਭੋਗਣ ਨਾਲ ਜੇ ਸੁਖੀ ਹੁੰਦੇ ਤੇ ਰਾਜੇ ਲੋਕ ਕਦੇ ਦੁਖੀ ਨਾ ਹੁੰਦੇ। ਸੁਖ ਹੈ ਵਾਹਿਗੁਰੂ ਦੇ ਪਵਿੱਤਰ ਨਾਮ ਦੇ ਅੰਦਰ, ਜਿਸ ਲਕਸ਼ ਨੂੰ ਮਹਾਂਪੁਰਖ ਪ੍ਰਾਪਤ ਹੋ ਜਾਂਦੇ, ਜਿਸ ਪ੍ਰੀਤ ਦੀ ਰੀਤ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਹੈ। ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹੋ ਜਿਹਾ ਵਿਚਿੱਤਰ ਜੀਵਨ ਉਹਨਾਂ ਨੇ ਜੀਵਿਆ ਕਿ ਜਦੋਂ ਉਹਨਾਂ ਦੇ ਸੱਚਖੰਡ ਜਾਣ ਦੀ ਖਬਰ ਮਿਲੀ ਨਾ, ਸਾਰੇ ਪੰਥ ਦੀਆਂ ਅੱਖਾਂ ਨਮ ਹੋ ਗਈਆਂ ਸੀ। ਜਿੱਥੇ ਜਿੱਥੇ ਮਹਾਂਪੁਰਖ ਵਿਚਰੇ ਸੀ ਆਪਣੇ ਜੀਵਨ ਕਾਲ ਦੇ ਅੰਦਰ, ਉਥੋਂ ਉਥੋਂ ਸੰਗਤਾਂ ਦਾ ਇਕੱਠ ਹੋਣਾ, ਹਸਪਤਾਲ ਦੇ ਅੰਦਰ ਬਹੁਤ ਭਾਰੀ ਦਿਨ ਪਰ ਦਿਨ ਮਹਾਂਪੁਰਖਾਂ ਦੇ ਹਾਲ ਪੁੱਛਣ ਵਾਸਤੇ ਇਕੱਠ ਵੱਧਦਾ ਜਾਣਾ। ਸੋਮਵਾਰ ਨੂੰ ਮੇਰਾ ਖਿਆਲ 1 ਭਾਦਰੋਂ ਬਣਦੀ ਹੈ, 1 ਭਾਦਰੋਂ ਵਾਲੇ ਦਿਨ ਮਹਾਂਪੁਰਖਾਂ ਦੀ ਬਰਸੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਸਤਪੁਰਸ਼ ਬੱਦਲ ਵਾਂਗ ਹੁੰਦੇ ਹੈ, ਆਉਂਦੇ ਹੈ ਵਰਖਾ ਕਰਦੇ ਹੈ, ਜਿਵੇਂ ਬੱਦਲ ਚਲੇ ਜਾਂਦੇ ਆ ਆਪਣੇ ਦੇਸ਼ ਨੂੰ ਜਿੱਧਰੋਂ ਆਏ ਹੁੰਦੇ ਹੈ। ਮਹਾਂਪੁਰਖ ਆਉਂਦੇ ਹੈ, ਗੁਰੂ ਮਿਹਰ ਦੀ ਵਰਖਾ ਪਾਉਂਦੇ ਸੰਸਾਰ ਦੇ ਉੱਪਰ, ਤਪਦੇ ਹਿਰਦਿਆਂ ਨੂੰ ਠਾਰ ਕੇ ਫਿਰ ਆਪਣੇ ਦੇਸ਼ ਨੂੰ ਪਰਤ ਜਾਂਦੇ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਬਾਬਾ ਝੰਡਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਲਾਭ ਕੌਰ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਦਾ ਜਨਮ ਜਿਸ ਘਰ ਵਿੱਚ ਹੋਇਆ, ਬਾਬਾ ਝੰਡਾ ਸਿੰਘ ਜੀ ਗੁਰਮਤਿ ਦੇ ਵਿੱਚ ਬਹੁਤ ਪਰਪੱਕ ਸੀ ਤੇ ਬੜੇ ਨਿਧੜਕ ਸਨ। ਰਾਤ ਦੇ ਵੇਲੇ ਜਿੱਥੇ ਘਰ ਵਿੱਚੋਂ ਮਹਾਂਪੁਰਖਾਂ ਨੂੰ ਗੁਰਸਿੱਖੀ ਦੇ ਸੰਸਕਾਰ ਮਿਲੇ ਹੈ, ਜਦੋਂ ਰਾਤ ਨੂੰ ਸੌਣ ਵੇਲੇ ਪਰਿਵਾਰ ਨੇ ਇਕੱਠਿਆਂ ਹੋਣਾ ਤਾਂ ਬਾਬਾ ਝੰਡਾ ਸਿੰਘ ਜੀ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਕੋਲੋਂ ਬਚਪਨ ਦੇ ਵਿੱਚ ਭਾਈ ਤਾਰੂ ਸਿੰਘ ਸਾਹਿਬ ਦੀ ਸਾਖੀ ਸੁਣੀ। ਕੁਝ ਕਿਤਾਬਾਂ ਇਹੋ ਜਿਹੀਆਂ ਘਰ ਵਿੱਚ ਰੱਖੀਆਂ ਜਿਨ੍ਹਾਂ ਤੋਂ ਸਾਖੀਆਂ ਪੜ੍ਹ ਕੇ ਸੁਣਾਉਣੀਆਂ। ਫਿਰ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਉਹ ਸੁਣਾਉਣੀ, ਸਾਰੇ ਪਰਿਵਾਰ ਨੇ ਬੈਠ ਕਰਕੇ ਸੁਣਨੀ। ਇਹ ਲਾਸਾਨੀ ਸ਼ਹਾਦਤਾਂ, ਫਿਰ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਜੀਵਨ, ਮਹਾਂਪੁਰਖਾਂ ਦੇ ਅੰਦਰ ਗੁਰਸਿੱਖੀ ਦੇ ਪਿਆਰ ਦੀ ਇਹੋ ਜਿਹੀ ਲਗਨ ਜਾਗੀ ਕਿ ਬਚਪਨ ਵਿੱਚ ਹੀ ਆਪ ਨੂੰ ਸ਼ੌਂਕ ਪੈਦਾ ਹੋਇਆ ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸੁੱਧ ਪੜ੍ਹਨੀ ਚਾਹੀਦੀ ਹੈ। ਨਗਰ ਦੇ ਗ੍ਰੰਥੀ ਸਿੰਘ ਸਾਹਿਬ ਸੀ, ਬਜ਼ੁਰਗ ਸਨ ਉਮਰ, ਬਾਬਾ ਬੱਗਾ ਸਿੰਘ ਜੀ ਉਹਨਾਂ ਦਾ ਨਾਮ।
महापुरखों के पिता जी ने ग्रंथी सिंह पास गुरबाणी पढ़न वास्ते बिठा दिता। संथ्या करिया करनी गुरबाणी दी, उसनूं पकाया करना। बाबा बग्गा सिंह जी बजुर्ग सीगे ते क्रिया सोधण तो भी असमर्थ सन। संत बाबा करतार सिंह जी महाराज ने ये बचपन दीयां गल्लां हथी क्रिया भी सारी आप साफ करनी। ये बड़ी औखी सेवा हुंदी है, जिस सेवा नूं साध संगत जी अपने धीआं पुत्र भी मूँह मोड़ जाते। क्रिया बजुर्गों की साफ करन तो घृणा करते हैं, ते संत बाबा करतार सिंह जी महाराज ने हथी सारी क्रिया उन्होंने साफ करनी, उन्होंने इशनान कराउणा। पिंड दे कुछ पतवंदे सी, उन्होंने बाबा झंडा सिंह जी पास ना गिला किया। कहने लगे झंडा सिंह वो आ बग्गा सिंह जिहड़ा ग्रंथी है उहदी गंदगी सिੱਟਣ ਲਈ कोई भंगी नहीं तेथों रखिया जाता। तेरे हीरे वर्गा तेरा भजंगी है ते तू की ग्रंथी की गंदगी सुट्टण ते लाया होया। अजे तो महापुरखों के पिता जी ने जवाब ही देना सी ते महापुरख भी कोले सुनते सी। हथ जोड़ के कहा, पिता जी मैं अपना हक जिहड़ा कि भंगी नूं नहीं देऊंगा, क्योंकि मैं उन्हां तो विद्या पढ़दा है। मैनूं वो विद्या सिखाउंदे आ गुरबाणी दी, उन्हां दे शरीर की क्रिया कराउणी, इशनान आदि की सेवा करनी, ये मेरा हक है। ते मैं अपना हक किसी भंगी नूं नहीं देना। हथी सेवा करके मैं विद्या की दात प्राप्त करनी है, क्योंकि ये साध संगत जी कुदरती नियम हुंदे है। पानी जिहड़ा ना नीवें पासे ही आउंदा है। जे करके कोई हंगता नाल विद्या पढ़ता जावे पर विद्या संपूर्ण नहीं हुंदी। विद्या सफली तां हुंदी है जे अंदर निमरता आ जाए। फिर इस ब्रह्म विद्या की बाबत ग्रंथां ने जिक्र किया है। कहते हैं कि ये ब्रह्म विद्या जहर का भी काम करती है ते अमृत का भी काम करती है। वो कहते जहर का काम किवें करती है? अमृत का तो सुनिया सी, कहते ब्रह्म विद्या पढ़ के जदों निर्माणता आ जाती है ते नाम विच सुरत लगती है, उदों तां अमृत का काम करती है। पर जदों यही बोध ज्ञान पढ़ के हंकार आ जावे कि मेरे बराबर नहीं कोई होर, जो कुछ मैनू पता वो मैनू ही पता है, यही फिर जहर बन के मनुख का नाश भी करती है। तो फिर कहते हैं, देखो ये प्रमाण दिते है, कहते जिहड़ा जान के ते ये पीवे कि अमृत है ते अंदर जाके बन जे जहर, उसकी कोई दवाई नहीं है, उन्होंने बचाउण वास्ते कोई यतन नहीं है। जिन्हें अमृत जान के पीता है ते बन गया अंदर जहर। जान के तो यह ब्रह्म विद्या सीखी कि चलो ज्ञान हो गए, पर ज्ञान पा के कर लिया हंकार, वो बन गया अंदर जहर। जिन्हां सतपुरुषां दा ये पवित्र दिहाड़ा मना रहे हैं, अत करके निमरता सी उन्हां दे अंदर। जदों इन्नी प्रीत नाल सतगुरु की बाणी की संथ्या की, बचपन के अंदर उन्होंने कई इहो जे वाकिया वरते जिन्हां करके उन्होंने संगिया साथियों को अनुमान होया कि साडे वर्गे नहीं, इन्हां विच कोई विलक्षणता है। एक संत बाबा हरनाम सिंह जी होए है पातशाह, जिन्हां ने जोगेवाल स्थान में रह के बड़ा लंबा समा सेवा की है। संत बाबा करतार सिंह जी बचपन दे विच नहा रहे सी ते कहंदे उन्हां नूं अपनी छाती ते लटा करके ना बड़ा लाड करन लग पे। संगी कुछ कहंदे कि महाराज तुसीं तां बच्चियां तो थोड़ा परा ही रहिंदे आ, इस भजंगी नूं बड़ा अपनी छाती ते लटा रहे हैं। हस के कहंदे भाई ये कदे इहो जिहा समा आउणा है, इहदे दर्शनां नूं लोकां ने तरसना।
ਅਸੀਂ ਆਖਿਆ ਇਸ ਸੰਤ ਦਾ ਪਰਸਨ ਅਸੀਂ ਹੋਣੀ ਪ੍ਰਾਪਤ ਕਰ ਲਈਏ। ਜਿਹੜੇ ਤ੍ਰੈ ਕਾਲਦਰਸ਼ੀ ਹੁੰਦੇ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਹੈ। ਮਹਾਂਪੁਰਖਾਂ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਹੋਣੇ, ਭਗਤ ਬਾਬਾ ਉਜਾਗਰ ਸਿੰਘ ਜੀ ਉਹਨਾਂ ਦੇ ਰਾਹੀਂ ਵਾਹਿਗੁਰੂ। ਸੋ ਸਾਧ ਸੰਗਤ ਜੀ ਧਿਆਨ ਇਕਾਗਰ ਕਰੀਏ। ਮਹਾਂਪੁਰਖਾਂ ਦਾ ਪਵਿੱਤਰ ਦਿਨ ਆਪਾਂ ਮਨਾ ਰਹੇ ਹਾਂ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਅੱਜ ਵੀ ਕੁਝ ਸਰੀਰ ਮੌਜੂਦ ਨੇ। ਜਦੋਂ ਮਹਾਂਪੁਰਖਾਂ ਦਾ ਨਾਮ ਹੀ ਲਈਦਾ ਤੇ ਉਹਨਾਂ ਦੇ ਪਿਆਰ ਨਾਲ ਨੇਤਰ ਭਰ ਜਾਂਦੇ ਹੈ। ਹਿਰਦਾ ਇੱਕ ਅਗੰਮੀ ਪਿਆਰ ਵਿੱਚ ਚਲਿਆ ਜਾਂਦਾ ਹੈ। ਪੁੱਛੀਏ ਨਾ ਕਿ ਮਹਾਂਪੁਰਖਾਂ ਦਾ ਚਿਹਰਾ ਕਿਹੋ ਜਿਹਾ ਸੀ? ਕਹਿੰਦੇ ਉਹਨਾਂ ਦੇ ਚੌੜੇ ਚੌੜੇ ਨੇਤਰ, ਡਲਕੂ ਡਲਕੂ ਕਰਦਾ ਹੋਇਆ ਉਹਨਾਂ ਦਾ ਮਸਤਕ, ਇਉਂ ਲੱਗਦਾ ਸੀ ਜਿਵੇਂ ਉਹਨਾਂ ਦੇ ਦਰਸ਼ਨ ਹੀ ਦੁੱਖ ਤੋੜ ਦਿੰਦੇ ਸਨ। ਇਹੋ ਜਿਹਾ ਪ੍ਰਤਾਪ ਸੀ ਉਹਨਾਂ ਦੇ ਮੁਖ ਮੰਡਲ ਦੇ ਉੱਤੇ। ਜੇ ਕੋਈ ਗੁਰਸਿੱਖ ਵੇਖਦਾ ਸੀ ਨਾ ਤਾਂ ਉਹਨਾਂ ਨੂੰ ਵੇਖ ਕੇ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਸੀ, ਕਿਉਂਕਿ ਉਹ ਕਿਹਾ ਕਰਦੇ ਸੀ, ਸਿੰਘੋ ਇੱਕ ਤਾਂ ਵੇਖੋ ਕਿੱਡੀ ਬੜਮੁੱਲੀ ਦਾਤ ਕਿ ਮਨੁੱਖਾ ਜਨਮ ਮਿਲਿਆ, ਦੂਸਰਾ ਫਿਰ ਸਿੰਘਾਂ ਦੇ ਘਰ ਵਿੱਚ ਜਨਮ ਮਿਲਿਆ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋਇਆ, ਬਾਜਾਂ ਵਾਲੇ ਸਤਿਗੁਰੂ ਦੀ ਸਾਜੀ ਇਸ ਟਕਸਾਲ ਦੇ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਫਿਰ ਸਾਡੇ ਲਾਗੇ ਨੀਂਦ ਆ ਜਾਵੇ, ਆਲਸ ਆ ਜਾਵੇ। ਆਪ ਜੀ ਨੇ 8 ਸਾਲ ਸੇਵਾ ਕੀਤੀ ਹੈ ਟਕਸਾਲ ਦੇ ਜਥੇਦਾਰ ਵਜੋਂ, ਤੇ ਉਹਨਾਂ 8 ਸਾਲਾਂ ਦਾ ਸਮਾਂ ਸਾਧ ਸੰਗਤ ਜੀ ਐਡੀ ਵੱਡੀ ਸੇਵਾ ਕੀਤੀ ਕਿ ਅੱਜ ਤੱਕ ਵੀ ਉਸ ਸੇਵਾ ਦਾ ਖਜ਼ਾਨਾ ਬਹੁਤ ਪੰਥ ਨੂੰ ਪ੍ਰਾਪਤ ਹੋ ਰਿਹਾ। ਉਹਨਾਂ ਦੀ ਕੀਤੀ ਹੋਈ ਘਾਲਣਾ, ਕੀਤੀ ਹੋਈ ਕਮਾਈ, ਉਹਦਾ ਫਲ ਅੱਜ ਵੀ ਪੰਥ ਨੂੰ ਪ੍ਰਾਪਤ ਹੈ। ਬਹੁਤ ਥੋੜਾ ਸਮਾਂ ਸੀ, ਪਰ ਕੌਣ ਜਾਣਦਾ ਸੀ। ਆਪ ਇਹੀ ਕਿਹਾ ਕਰਦੇ ਕਿ ਸਮਾਂ ਬਹੁਤ ਥੋੜਾ ਹੈ, ਸਮਾਂ ਬਹੁਤ ਥੋੜਾ ਹੈ। ਸਿੰਘੋ ਰੱਜ ਰੱਜ ਕੇ ਬਾਣੀ ਪੜ੍ਹ ਲਓ, ਰੱਜ ਰੱਜ ਕੇ ਸੇਵਾ ਕਰ ਲਓ। ਭਗਤ ਬਾਬਾ ਉਜਾਗਰ ਸਿੰਘ ਜੀ, ਉਹਨਾਂ ਦੇ ਰਾਹੀਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਦਰਸ਼ਨ ਆਪ ਨੂੰ ਹੋਏ। ਪਿੰਡਰੀ ਲੈ ਕਰਕੇ ਆਏ ਤੇ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਆਪ ਨੂੰ ਇਹ ਬੇਨਤੀ ਕਰਨ ਤੋਂ, ਕਿਉਂਕਿ ਜਥੇ ਵਿੱਚ ਰਹਿਣ ਵਾਸਤੇ ਬੇਨਤੀ ਕੀਤੀ ਤੇ ਮਹਾਂਪੁਰਖਾਂ ਨੇ ਜਥੇ ਵਿੱਚ ਰੱਖਿਆ। ਇੰਨੀ ਸਹਿਜਤਾ ਦੇ ਨਾਲ ਸੇਵਾ ਕਰਨ ਲੱਗੇ ਕਿ ਥੋੜੇ ਦਿਨਾਂ ਵਿੱਚ ਹੀ ਸਾਰੇ ਸਿੰਘਾਂ ਦੇ ਅੰਦਰ ਹਰਮਨ ਪਿਆਰੇ ਹੋ ਗਏ। ਮਹਾਂਪੁਰਖਾਂ ਦੇ ਕੋਲ ਸੇਵਾ ਕਰਨ ਲੱਗੇ। ਮਹਾਂਪੁਰਖਾਂ ਦਾ ਕਥਾ ਦਾ ਜਿਹੜਾ ਸੀਗਾ ਪ੍ਰੋਗਰਾਮ ਆਪਣੇ ਭੂਰੇ ਕੋਨੇ ਨਗਰ ਦੇ ਅੰਦਰ ਸੰਤ ਬਾਬਾ ਕਰਤਾਰ ਸਿੰਘ ਜੀ ਨੇ 13-14 ਵਾਰ ਬਣਾਇਆ। ਜਦੋਂ ਨਗਰ ਵਿੱਚ ਮਹਾਂਪੁਰਖ ਕਥਾ ਕਰਨ ਆਇਆ ਕਰਦੇ, ਬੜੇ ਪਿਆਰ ਨਾਲ ਸੰਗਤਾਂ ਵਿੱਚ ਸੇਵਾ ਕਰਦੇ, ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਸੇਵਾ ਕਰਦੇ। ਇਉਂ ਜ਼ਿੰਦਗੀ ਦੇ ਅੰਦਰ ਸੇਵਾ ਤੇ ਸਿਮਰਨ ਦਾ ਪਿਆਰ ਲੱਗਾ। ਜਥੇ ਵਿੱਚ ਰਹਿੰਦਿਆਂ ਮਹਾਂਪੁਰਖਾਂ ਨੇ, ਮੈਂ ਜ਼ਿਕਰ ਕੀਤਾ ਸੀ, ਬਰੜੀ ਕਰੜੀ ਜਿਹੜੀ ਸੀ ਪਰਖ ਵੀ ਕੀਤੀ। ਇੱਕ ਵਾਰ ਇਹੋ ਜਿਹੀ ਪਰਖ ਦੀ ਘੜੀ ਪਾਈ, ਭਾਵੇਂ ਕਿ ਪਰਿਵਾਰ ਨੇ ਆਪ ਨੂੰ ਮਜਬੂਰ ਕੀਤਾ, ਪਟਵਾਰ ਦੀ ਨੌਕਰੀ ਵੀ ਕੁਝ ਸਮਾਂ ਕੀਤੀ, ਪਰ ਫਿਰ ਨੌਕਰੀ ਛੱਡ ਕੇ ਮਹਾਂਪੁਰਖਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਨਿਸ਼ਾਵਰ ਕੀਤੀ, ਆਪਣਾ ਤਨ ਮਨ ਧਨ ਭੇਟ ਕਰ ਦਿੱਤਾ। ਕਦੇ ਉਹ ਵਕਤ ਵੀ ਆਇਆ ਜਦੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਕੰਨ ਖਰਾਬ ਹੋਣ ਕਰਕੇ ਮਾਤਾ ਨੇ ਆ ਕਰਕੇ ਕੁਝ ਪੈਸੇ ਮੰਗੇ ਦਵਾਈ ਵਾਸਤੇ, ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਕੰਨ ਖਰਾਬ ਦੀ ਦਵਾਈ ਲੈਣ ਵਾਸਤੇ ਘਰ ਪੈਸੇ ਨਹੀਂ ਦਿੱਤੇ ਤੇ ਮਹਾਂਪੁਰਖ ਕਹਿਣ ਲੱਗੇ, ਭਾਈ ਕਰਤਾਰ ਸਿੰਘ ਸਾਨੂੰ 5000 ਰੁਪਈਆ ਚਾਹੀਦਾ।
ਉਹਨਾਂ ਨੇ ਦਵਾਈ ਵਾਸਤੇ 5 ਰੁਪਏ ਮੰਗੇ ਆ ਤੇ ਉਹ ਨਹੀਂ ਹੈਗੇ, ਤੇ ਮਹਾਂਪੁਰਖ ਕਹਿੰਦੇ ਸਾਨੂੰ 5000 ਰੁਪਇਆ ਚਾਹੀਦਾ, ਜਿੱਥੋਂ ਮਰਜ਼ੀ ਲਿਆ ਕੇ ਦੇ। ਤੇ ਮਹਾਂਪੁਰਖ ਸਤ ਬਚਨ ਸੰਤ ਬਾਬਾ ਕਰਤਾਰ ਸਿੰਘ ਜੀ ਕਹਿ ਕੇ 5000 ਦਾ ਪ੍ਰਬੰਧ ਕੀਤਾ। ਕੁਝ ਪੈਸੇ ਥੁੜਦੇ ਸੀਗੇ ਤੇ ਬਾਬਾ ਜਗੀਰ ਸਿੰਘ ਜੀ, ਉਹਨਾਂ ਦਾ ਨਾਮ ਹੈ, ਧੀਰੇ ਪੱਤਰੇ ਵਾਲੇ, ਉਹਨਾਂ ਨੇ ਆਪਣਾ ਕੁਝ ਪੈਸੇ ਨਾਲ ਦਿੱਤੇ, ਕੁਝ ਫਿਰ ਵੀ ਥੁੜਦੇ ਸੀ। ਆ ਕਰਕੇ ਜਦੋਂ ਮਹਾਂਪੁਰਖਾਂ ਦੀ ਝੋਲੀ ਵਿੱਚ ਮਾਇਆ ਪਾਈ ਤੇ ਕਹਿਣ ਲੱਗੇ ਪੂਰੇ ਹੈ? ਕਹਿੰਦੇ ਜੀ ਥੋੜੇ ਘੱਟ ਵੈ। ਚੁੱਕ ਕੇ ਚਲਾ ਕੇ ਮਾਰੇ, ਕਹਿੰਦੇ ਪੂਰੇ ਕਰਕੇ ਲੈ ਕੇ ਆ, ਘੱਟ ਨਹੀਂ ਅਸੀਂ ਲੈਣੇ। ਫਿਰ ਆ ਕਰਕੇ ਦੱਸਿਆ ਉਹਨਾਂ ਕੋਲ ਇੱਕ ਘੋੜੀ ਸੀ ਬਾਪੂ ਜਗੀਰ ਸਿੰਘ ਦੇ ਕੋਲ, ਉਹ ਘੋੜੀ ਵੇਚ ਕੇ ਫਿਰ ਉਹਨਾਂ ਪੈਸੇ ਦਿੱਤੇ ਤੇ ਪੈਸੇ ਪੂਰੇ ਕਰਕੇ ਜਦੋਂ ਲਿਆਏ, ਕਈ ਵਾਰੀ ਜੇ ਕੋਈ ਵੇਖਣ ਵਾਲਾ ਹੋਏ ਤਾਂ ਉਹਦੇ ਮਨ 'ਚ ਸੰਕਲਪ ਫੁਰਦਾ ਕਿ ਸ਼ਾਇਦ ਇਹ ਮਾਇਆ ਦੇ ਕਰਕੇ ਇੰਨਾ ਖਿੱਚ ਕਰਦੇ ਆ ਮਹਾਂਪੁਰਖ ਵੱਡੇ। ਪਰ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਮਨ ਭਰਮਿਆ ਨਹੀਂ। ਉਹਨਾਂ ਨੂੰ ਪਤਾ ਸੀ ਕਿ ਮਾਇਆ ਤਾਂ ਇਹਨਾਂ ਦੇ ਚਰਨਾਂ ਦੀ ਦਾਸੀ ਹੈ, ਕੋ ਮੇਰੀ ਪਰਖੀ ਕਰਦੇ ਆ। ਜਦੋਂ ਪੈਸੇ ਪੂਰੇ ਕਰਤੇ ਤੇ ਮਹਾਂਪੁਰਖਾਂ ਨੇ ਤਖਤ ਸਾਹਿਬਾਂ ਦੇ ਉੱਤੇ ਅਖੰਡ ਪਾਠ ਸਾਹਿਬ ਕਰਾਉਣ ਲਈ ਝਾਟੀ ਮਾਇਆ ਵੰਡਤੀ ਸਾਰੀ, ਕਿ ਇਹ ਸਾਰੀ ਅਖੰਡ ਪਾਠ ਸਾਹਿਬ ਕਰਵਾਏ ਜਾਣ। ਕੁਝ ਮਾਇਆ ਜਿਹੜੀ ਸੀ ਉਹ ਜਥੇ ਦੀ ਕਿਰਿਆ ਵਿੱਚ ਵਰਤ ਦਿੱਤੀ। ਇਕੱਠੇ ਕਰਨ ਲੱਗਿਆ ਕਿੰਨਾ ਸਮਾਂ ਲੱਗਿਆ, ਵੰਡਣ ਲੱਗਿਆ 1 ਮਿੰਟ ਵੀ ਨਹੀਂ ਲਾਇਆ। ਮਹਾਂਪੁਰਖਾਂ ਨੇ ਕਈ ਪਰਖ ਦੀਆਂ ਘੜੀਆਂ ਪਾਈਆਂ। ਫਿਰ ਉਹ ਸਮਾਂ ਆਇਆ ਜਦੋਂ ਆਪ ਜੀ ਦੇ ਉੱਪਰ ਪਟਨਾ ਸਾਹਿਬ ਦੀ ਧਰਤੀ ਤੇ ਮਹਾਂਪੁਰਖਾਂ ਨੇ ਇਹ ਬਖਸ਼ਿਸ਼ ਕੀਤੀ। ਦਮਦਮੀ ਟਕਸਾਲ ਦੀ ਸੇਵਾ ਆਪ ਜੀ ਨੂੰ ਸੌਂਪ ਦਿੱਤੀ। ਭਾਵੇਂ ਕਿ ਜਿਹੜੇ ਕੁਝ ਵੱਡੇ ਵਿਦਿਆਰਥੀ ਸੀ ਉਹਨਾਂ ਦੇ ਮਨ ਦੇ ਅੰਦਰ ਈਰਖਾ ਵੀ ਆਈ। ਮਹਾਂਪੁਰਖਾਂ ਨੂੰ ਬਹੁਤ ਜ਼ਿਆਦਾ ਨੀਵਾਂ ਦਿਖਾਉਣ ਵਾਸਤੇ ਬਹੁਤ ਜ਼ਿਆਦਾ ਇਹੋ ਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ। ਸਭ ਕੁਝ ਹੀ ਖੋਹ ਲਿਆ। ਜਦੋਂ ਭਿੰਡਰਾਂ ਤੋਂ ਕਹਿੰਦੇ ਤੁਰਨ ਲੱਗੇ ਐ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਵਜਦ ਵਿੱਚ ਆ ਕਰਕੇ ਕਹਿੰਦੇ ਐ ਕਿ ਖਾਲਸਾ ਜੀ ਤੁਸੀਂ ਇਹ ਕਰਮ ਕਰਦਿਆਂ ਪੋਥੀਆਂ ਖੋਹ ਲਈਆਂ, ਗੱਡੀਆਂ ਖੋਹ ਲਈਆਂ, ਹੋਰ ਜੋ ਕੁਝ ਤੁਹਾਡਾ ਦਿਲ ਕਰਦਾ ਲੈਣਾ ਲੈ ਲਓ, ਚੋਲਾ ਵੀ ਲਵਾਉਣਾ ਤੇ ਲਵਾ ਲਓ। ਪਰ ਜਿਹੜੀ ਬਖਸ਼ਿਸ਼ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਗੁਰੂ ਕਲਗੀਧਰ ਸਾਹਿਬ ਜੀ ਦੀ ਮੇਰੇ ਅੰਦਰ ਪਾ ਦਿੱਤੀ ਹੈ ਨਾ, ਉਹਨੂੰ ਕੋਈ ਕੱਢ ਨਹੀਂ ਸਕਦਾ। ਇਹ ਮਹਾਂਪੁਰਖਾਂ ਨੇ ਇੰਨੇ ਵਜਦ ਵਿੱਚ ਜਦੋਂ ਇਹ ਬਚਨ ਕਹੇ, ਕੁਝ ਜਥੇ ਦੇ ਸਿੰਘ ਆਪ ਜੀ ਦੇ ਨਾਲ ਉੱਥੋਂ ਚੱਲੇ ਹੈ। ਭਾਵੇਂ ਕਿ ਜਦੋਂ ਮਹਾਂਪੁਰਖਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਸੀ, ਉਸ ਵਕਤ ਵੀ ਜਦੋਂ ਉਹਨਾਂ ਦੇ ਅੰਤਮ ਸੰਸਕਾਰ ਦੀ ਬਾਬਤ ਸਾਰਿਆਂ ਨੇ ਰਲ ਕਰਕੇ ਫੈਸਲਾ ਕੀਤਾ ਕਿ ਇਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਉਹ ਮਹਿਤੇ ਵਿਖੇ ਕੀਤਾ ਜਾਵੇ, ਕਿਉਂਕਿ ਉੱਥੇ ਮਹਾਂਪੁਰਖ ਸੱਚਖੰਡ ਗਮਨ ਕੀਤਾ ਸੀਗਾ। ਪਰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਅੰਤ ਦੇ ਸਮੇਂ ਉਹਨਾਂ ਨੂੰ ਬਚਨ ਕਿਹਾ ਸੀ ਕਿ ਭਾਈ ਕਰਤਾਰ ਸਿਆਂ, ਸਾਡੇ ਸਰੀਰ ਦਾ ਅੰਤਮ ਸੰਸਕਾਰ ਪਤਾਲਪੁਰੀ ਸਾਹਿਬ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਸਰੀਰਕ ਪੂਜਾ ਕਦੇ ਨਹੀਂ ਸੀ ਕਰਾਈ। ਉਹਨਾਂ ਦੀ ਇਹ ਮਨ ਦੀ ਮਨਸ਼ਾ ਨਹੀਂ ਸੀ ਕਿ ਕੋਈ ਸਾਡਾ ਅਸਥਾਨ ਬਣੇ ਤੇ ਉੱਥੇ ਆ ਕਰਕੇ ਸਿੱਖ ਮੱਥਾ ਟੇਕਣ। ਮਹਾਂਪੁਰਖਾਂ ਨੇ ਇਹ ਬਚਨ ਲਿਆ ਕਿ ਸਾਡੇ ਸਰੀਰ ਦਾ ਅੰਤਮ ਸੰਸਕਾਰ ਪਤਾਲਪੁਰੀ ਸਾਹਿਬ ਵਿੱਚ ਹੋਵੇ। ਤੇ ਜਦੋਂ ਰੇਡੀਓ ਤੇ ਵੀ ਖਬਰ ਆ ਗਈ ਸੀ, ਸਾਰੇ ਥਾਵਾਂ ਤੇ ਖਬਰਾਂ ਪ੍ਰਚਲਿਤ ਹੋ ਗਈਆਂ ਕਿ ਮਹਾਂਪੁਰਖਾਂ ਦਾ ਅੰਤਮ ਸੰਸਕਾਰ ਮਹਿਤੇ ਵਿਖੇ ਹੋਵੇਗਾ। ਸਾਰੇ ਸਤਪੁਰਸ਼ਾਂ ਨੇ ਵੀ ਕਿਹਾ ਕਿ ਭਾਈ ਹੁਣ ਤਿਆਰੀ ਇੱਥੇ ਹੈ, ਭਾਈ ਕਰਤਾਰ ਸਿੰਘ ਤੂੰ ਇਕੱਲਾ ਹੀ ਅੜਿਆ ਬੈਠਾ ਹੈ, ਤੇਰੀ ਕੀ ਵਿਚਾਰ ਹੈ? ਤੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿਹਾ ਸੀ, ਜਿੰਨਾ ਚਿਰ ਮੇਰੇ ਧੜ ਦੇ ਉੱਤੇ ਸਿਰ ਹਾਜ਼ਰ ਹੋਇਆ ਉਹਨਾਂ ਚਿਰ ਤਾਂ ਮੈਂ ਮਹਾਂਪੁਰਖਾਂ ਦਾ ਬਚਨ ਪੁਗਾਊਂਗਾ। ਜੇ ਤੁਸੀਂ ਅੰਤਮ ਸੰਸਕਾਰ ਇੱਥੇ ਕਰਨਾ ਹੈ ਤੇ ਮੇਰੇ ਸਿਰ ਉਤਾਰ ਲਓ ਤੇ ਇੱਥੇ ਅੰਤਮ ਸੰਸਕਾਰ ਕਰ ਲਓ। ਸਾਰੇ ਚੁੱਪ ਕਰ ਗਏ ਸੀ। ਫਿਰ ਜਦੋਂ ਤਿਆਰਾ ਕੀਤਾ, ਕਹਿੰਦੇ ਜਦੋਂ ਭਿੰਡਰੀਆਂ ਆਏ ਨਾ ਮਹਾਂਪੁਰਖਾਂ ਦਾ ਸਰੀਰ ਲੈ ਕਰਕੇ, ਉਦੋਂ ਵੀ ਕਿਸੇ ਰਖਾਲੂ ਨੇ ਆਪਦੇ ਪੇਟ ਨੂੰ ਬਰਸ਼ੀ ਲਾ ਦਿੱਤੀ ਸੀ
ਕਿਹਾ ਕਿ ਮੈਂ ਹੁਣੇ ਤੇਰੇ ਢਿੱਡ ਵਿੱਚ ਬਰਸ਼ੀ ਮਾਰ ਕੇ ਮਾਰ ਦਿਆਂਗਾ। ਮਹਾਂਪੁਰਖਾਂ ਨੇ ਹੱਥ ਤਾਂ ਕਰ ਲਏ, ਕਹਿਣ ਲੱਗੇ ਬਈ ਤੇਰੇ 'ਚ ਹਿੰਮਤ ਨਹੀਂ ਮੇਰੇ ਬਰਸ਼ੀ ਮਾਰਨ ਦੀ, ਕਿਉਂਕਿ ਉਹਨਾਂ ਨੂੰ ਇੰਨਾ ਵਿਸ਼ਵਾਸ ਸੀ। ਕਹਿੰਦੇ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਕਿਹਾ ਭਾਈ ਕਰਤਾਰ ਸਿਆਂ ਮੇਰੇ ਤੋਂ ਬਾਅਦ ਤੂੰ ਗੁਰਬਾਣੀ ਦੀ ਕਥਾ ਕਰਨੀ ਹੈ, ਤੇ ਜੇ ਮੈਂ ਇੱਕ ਵੀ ਸ਼ਬਦ ਦੀ ਕਥਾ ਕੀਤੀ ਹੁੰਦੀ ਤਾਂ ਮੈਨੂੰ ਇਹ ਹੋਣਾ ਸੀਗਾ ਕਿ ਕੋਈ ਨਹੀਂ, ਅੰਤ ਦਾ ਸਮਾਂ ਆ ਗਿਆ। ਕਹਿੰਦੇ ਮੈਂ ਇੱਕ ਵੀ ਸ਼ਬਦ ਦੀ ਅਜੇ ਕਥਾ ਨਹੀਂ ਕੀਤੀ, ਇਸ ਕਰਕੇ ਤੇਰੇ ਵਿੱਚ ਜੁਰਤ ਨਹੀਂ ਕਿ ਤੂੰ ਬਰਸ਼ੀ ਮਾਰ ਸਕੇ। ਉਹ ਸ਼ਰਮਿੰਦਗੀ ਨਾਲ ਪਿਛਾਂਹ ਹਟ ਗਿਆ ਸੀ। ਤੇ ਜਦੋਂ ਉਹਦੀ ਮੌਤ ਹੋਈ ਨਾ, ਬਹੁਤ ਬੁਰੀ ਮੌਤ ਹੋਈ, ਅੱਖਾਂ 'ਚ ਵੀ ਪਾਕ ਪੈ ਗਈ ਤੇ ਮੰਜੇ ਤੇ ਡਿੱਗ ਕੇ ਮਰਿਆ ਸੀ। ਉਹ ਬਹੁਤ ਜ਼ਿਆਦਾ ਬੁਰੀ ਹਾਲਤ ਨਾਲ। ਜੇ ਕੋਈ ਚੰਗੇ ਨਿਸ਼ਾਨੇ ਤੇ ਆਪ ਨਹੀਂ ਚੱਲ ਸਕਦਾ, ਪਰ ਜੇ ਕੋਈ ਚੰਗੇ ਨਿਸ਼ਾਨੇ ਤੇ ਚੱਲਣ ਵਾਲਿਆਂ ਦਾ ਵਿਰੋਧ ਕਰਦਾ ਹੈ, ਵਾਹਿਗੁਰੂ ਹਰੇਕ ਕੀਤੇ ਕਰਮ ਨੂੰ ਵੇਖਦਾ। ਆਪਣੇ ਕੀਤੇ ਹੋਏ ਕਰਮ ਤੋਂ ਡਰਨਾ ਚਾਹੀਦਾ, ਭੈ ਕਰਨਾ ਚਾਹੀਦਾ। ਮਹਾਂਪੁਰਖ ਕੇਵਲ ਤੇ ਕੇਵਲ ਹਿਰਦੇ ਵਿੱਚ ਉਸ ਬਖਸ਼ਿਸ਼ ਨੂੰ ਸਾਂਭ ਕਰਕੇ ਮਹਿਤੇ ਨਗਰ ਵਿੱਚ ਆਏ। ਬੜਾ ਵੱਡਾ ਛੱਪੜ ਸੀ ਜਿੱਥੇ ਅੱਜ ਵਿਦਿਆਲਿਆ ਬਣਿਆ ਹੋਇਆ ਹੈ। ਤੇ ਜਦੋਂ ਇਸ ਅਸਥਾਨ ਦੀ ਸੇਵਾ ਮਹਾਂਪੁਰਖਾਂ ਨੇ ਆਰੰਭ ਕੀਤੀ ਨਾ, ਬਹੁਤ ਜ਼ਿਆਦਾ ਰਾਤ ਦਿਨ ਹੀ ਸੇਵਾ ਵਿੱਚ ਲੰਘ ਜਾਂਦਾ। ਤੇ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਮਹਾਰਾਜ ਪੜ੍ਹਾਈ ਦਾ ਜਿਹੜਾ ਮੁੱਖ ਕੰਮ ਹੈ ਉਹ ਬੰਦ ਹੋਇਆ ਪਿਆ ਹੈ, ਤੇ ਪੜ੍ਹਾਈ ਜਿਹੜੀ ਉਹ ਵੀ ਚਾਲੂ ਕਰਾਓ। ਮਹਾਂਪੁਰਖ ਕਹਿੰਦੇ ਥੋੜਾ ਹੀ ਸਮਾਂ, ਫਿਰ ਪੜ੍ਹਾਈ ਸ਼ੁਰੂ ਹੋ ਜਾਵੇਗੀ, ਸੇਵਾ ਤੁਸੀਂ ਪੂਰੇ ਜ਼ੋਰ ਨਾਲ ਕਰੋ। ਫਿਰ ਭਗਤ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਐਡਾ ਕਿਲੇ ਵਰਗਾ ਗੁਰਦੁਆਰਾ ਬਣਾਉਣ ਦੀ ਕੀ ਲੋੜ ਹੈ, ਛੋਟਾ ਜਿਹਾ ਸਥਾਨ ਬਣਾ ਲੈਂਦੇ ਆ। ਮਹਾਂਪੁਰਖ ਹੱਸ ਕੇ ਕਹਿੰਦੇ ਕਦੇ ਸਮਾਂ ਆਇਆ ਹੈ ਖਾਲਸੇ ਦਾ ਕਿਲਾ ਬਣੇਗਾ। ਆਉਣ ਵਾਲੇ ਸਮੇਂ ਨੂੰ ਉਹ ਜਾਣਦੇ ਸੀਗੇ। ਸਾਧ ਸੰਗਤ ਜੀ, ਇਹੋ ਜਿਹਾ ਵਿਦਿਆਲਿਆ ਸਿਰਜਿਆ ਗਿਆ ਜਿਹਦੇ ਵਿੱਚੋਂ ਬਹੁਤ ਨਾਮੀ ਕਥਾ ਵਾਲੇ ਤੇ ਕੀਰਤਨੀਏ ਜਿਹੜੇ ਆ ਪੰਥ ਨੂੰ ਪ੍ਰਾਪਤ ਹੋਏ। ਮਹਾਂਪੁਰਖ ਰਾਤ ਦਿਨ ਆਪ ਸੇਵਾ ਵਿੱਚ ਰਹਿੰਦੇ, ਆਪਣੇ ਸਿਰ ਤੇ ਟੋਕਰੀ ਢਾਉਂਦੇ। ਬੜੇ ਪ੍ਰਚਲਿਤ ਬਚਨ ਨੇ ਜਿਹੜੇ ਕਈ ਵਾਰ ਲਿਖਤ ਵਿੱਚ ਨਹੀਂ ਲਿਖੇ ਜਾਂਦੇ। ਡਾਟਾਂ ਵਾਲਾ ਲੈਂਟਰ ਹੁੰਦਾ ਸੀ। ਕੁਝ ਸਿੰਘਾਂ ਨੇ ਆ ਕਰਕੇ ਕਿਹਾ ਮਹਾਰਾਜ ਡਾਟਾਂ ਥੱਲੇ ਨੂੰ ਝੁਕ ਗਈਆਂ। ਗੱਤਕੇ ਦੀ ਸੋਟੀ ਹੱਥ ਵਿੱਚ ਪਕੜੀ ਹੋਈ ਸੀ, ਮਾਰ ਕੇ ਸੋਟੀ ਸਿੱਧੀਆਂ ਡਾਟਾਂ ਕਰ ਦਿੱਤੀਆਂ ਉਤਾਰ ਨੂੰ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੂੰ ਪਤਾ ਲੱਗਾ ਸੀ ਕਿ ਭਾਈ ਕਰਤਾਰ ਸਿੰਘ ਤੂੰ ਕਰਾਮਾਤਾਂ ਦਿਖਾਉਣ ਲੱਗ ਪਿਆ। ਮਹਾਂਪੁਰਖਾਂ ਨੇ ਇਸ ਗੱਲ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੇ ਵਰਜਿਆ ਵੀ ਸੀਗਾ। ਤੋ ਸਾਧ ਸੰਗਤ ਜੀ, ਟਕਸਾਲ ਦੇ ਮੁਖੀ ਹੁੰਦਿਆਂ ਵੀ ਸਿੰਘਾਂ ਦੇ ਅੱਗੇ ਸਦਾ ਝੁਕ ਕੇ ਰਹਿੰਦੇ ਸੀ। ਇਹ ਵੀ ਬਚਨ ਆਉਂਦਾ ਹੈ ਕਿ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਉਸ ਸਮੇਂ ਕਿਹਾ ਵੀ ਮੈਂ ਤੈਨੂੰ ਜਥੇ 'ਚ ਨਹੀਂ ਰੱਖਣਾ। ਟਕਸਾਲ ਦੇ ਮੁਖੀ ਨੂੰ ਹੁੰਦਿਆਂ ਹੋਇਆ ਇਹ ਬਚਨ ਕਹਿ ਦੇਣੇ। ਤੇ ਜਦੋਂ ਮਹਾਂਪੁਰਖ ਸੱਤ ਬਚਨ ਕਹਿ ਕੇ ਤੁਰ ਪਏ ਤੇ ਕੁਝ ਕਾਮਿਆਂ ਨੇ ਬੜੇ ਵਿਅੰਗ ਕੱਸੇ, ਪਿੱਛੇ ਹੀ ਫਿਰ ਸਿੰਘ ਭੇਜ ਦਿੱਤੇ ਕਿ ਜਾਓ ਲੈ ਕੇ ਆਓ। ਜਦੋਂ ਸਿੰਘ ਆਏ ਤੇ ਮਹਾਂਪੁਰਖ ਸਿੰਘਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਆ, ਕਹਿੰਦੇ ਆ ਤੁਹਾਡੇ ਕਰਕੇ ਮੈਨੂੰ ਸੰਸਾਰ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਦੇ ਨਾਮ ਨਾਲ ਜਾਣਦਾ। ਖਾਲਸੇ ਦਾ ਰੂਪ ਜਾਣ ਕਰਕੇ ਸਿੰਘਾਂ ਨੂੰ ਸਤਿਕਾਰ ਦਿੱਤਾ, ਮਾਣ ਦਿੱਤਾ। ਆਪਣੀ ਜ਼ਿੰਦਗੀ ਦੇ ਅੰਦਰ ਇਹੋ ਜਿਹਾ ਪ੍ਰਚਾਰ ਦਾ ਹਲੂਣਾ ਕੌਮ ਨੂੰ ਦਿੱਤਾ, ਕਿੱਥੇ ਨਹੀਂ ਤੇ ਹੋਰ ਹੀ ਰੂਪ ਜਿਹੜਾ ਸੀ ਉਹ ਕੁਰੀਤੀਆਂ ਧਾਰਨ ਕਰ ਰਹੇ ਸੀ ਲੋਕ। ਸਮਾਜ ਹੋਰ ਹੀ ਰੂਪ ਵਟਾਉਂਦਾ ਜਾ ਰਿਹਾ ਸੀ। ਬੜੇ ਚਿਹਰੇ ਜਿਹੜੇ ਆ ਉਹ ਬਦਲਦੇ ਜਾ ਰਹੇ ਸਨ। ਮਹਾਂਪੁਰਖਾਂ ਨੇ ਇਹੋ ਜਿਹਾ ਇੱਕ ਵਾਰ ਹਲੂਣਾ ਦਿੱਤਾ ਕਿ ਸਿੱਖੀ ਜਿਹੜੀ ਸੀ ਨਿਖਰ ਕੇ ਬਾਹਰ ਨੂੰ ਆਈ। ਫਿਰ ਪ੍ਰਚਾਰ ਕਰਦਿਆਂ ਹੋਇਆਂ, ਕਥਾ ਕਰਦਿਆਂ ਹੋਇਆਂ ਕਈ ਵਾਰ ਉਹਨਾਂ ਨੂੰ ਕੋਈ ਪ੍ਰਸ਼ਨ ਵੀ ਕਰ ਲੈਂਦੇ ਵਿੱਚੋਂ। ਇੱਕ ਵਾਰ ਕਿਸੇ ਨੇ ਉੱਠ ਕੇ ਪ੍ਰਸ਼ਨ ਕੀਤਾ, ਕਹਿਣ ਲੱਗਾ ਕਿ ਤੁਸੀਂ ਇੰਨੀਆਂ ਬੱਸਾਂ ਮੋਟਰਾਂ ਕਿਉਂ ਰੱਖੀਆਂ ਹੋਈਆਂ ਤੇ 500 ਸਿੰਘ ਨਾਲ ਰੱਖ ਕੇ ਪ੍ਰਚਾਰ ਨਹੀਂ ਹੁੰਦਾ? ਤੁਸੀਂ ਨਾਲ 150-200 ਸਿੰਘ ਰੱਖਿਆ ਹੋਇਆ। ਜਿਸ ਘਰੇ ਕਿਤੇ ਲੰਗਰ ਕਰਨਾ ਹੋਵੇ ਤੇ ਉਹ ਵਿਚਾਰੇ ਲੰਗਰ ਕਿੱਥੋਂ ਇੰਨਿਆਂ ਦਾ ਛਕਾਉਣ? ਮਹਾਂਪੁਰਖ ਕਹਿਣ ਲੱਗੇ ਬਈ ਅਸੀਂ ਮੋਟਰਾਂ, ਇਹ ਕਾਰਾਂ, ਬੱਸਾਂ ਆਪ ਨਹੀਂ ਲਈਆਂ, ਇਹ ਸੰਗਤਾਂ ਨੇ ਦਿੱਤੀਆਂ। ਤੇ ਜੇ ਸੰਗਤਾਂ ਨੇ ਦਿੱਤੀਆਂ, ਕਿਉਂਕਿ ਮਹਾਂਪੁਰਖ ਇਹ ਲੈਂਦੇ ਨਹੀਂ ਸੀਗੇ ਪਹਿਲਾਂ। ਜਦੋਂ
ਬੰਬੇ ਦੀ ਸੰਗਤ ਨੇ ਬੱਸ ਭੇਟ ਕੀਤੀ ਨਾ, ਉਸ ਬੱਸ ਦਾ ਮੈਂ ਦਰਸ਼ਨ ਕੀਤਾ। ਬੜਾ ਲੰਮਾ ਸਮਾਂ ਬੱਸ ਰਹੀ ਹੈ ਜਥੇ ਵਿੱਚ, ਬੜੀ ਵੱਡੀ ਬੱਸ ਹੁੰਦੀ ਸੀ। ਉਹ ਬੰਬੇ ਦੀ ਸੰਗਤ ਨੇ ਬੱਸ ਪਹਿਲੀ ਵਾਰ ਭੇਟ ਕੀਤੀ ਸੀ। ਕਈ ਵਾਰ ਉਸ ਬੱਸ ਨੂੰ ਵੇਚ ਕੇ ਨਵੀਂ ਬੱਸ ਲੈਣ ਦੀਆਂ ਵਿਚਾਰਾਂ ਚੱਲੀਆਂ, ਪਰ ਸੰਤ ਬਾਬਾ ਠਾਕੁਰ ਸਿੰਘ ਜੀ ਕਿਹਾ ਕਰਦੇ, ਨਹੀਂ, ਇਹ ਸੰਗਤ ਨੇ ਪਹਿਲੀ ਬਖਸ਼ਿਸ਼ ਦਿੱਤੀ ਸੀ, ਇਹਨੂੰ ਨਹੀਂ ਭਾਈ ਵੇਚਣਾ। ਬੜਾ ਚਿਰ ਉਹ ਬੱਸ ਰਹੀ, ਹੁਣ ਨਹੀਂ ਮੈਨੂੰ ਪਤਾ, ਅਸੀਂ ਬਚਪਨ ਵਿੱਚ ਵਹਿੰਦੇ ਰਹੇ। ਉਹ ਜਦੋਂ ਬੱਸ ਸੰਗਤ ਨੇ ਭੇਟ ਕਰਨੀ ਸੀ ਤੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿਹਾ ਕਿ ਨਹੀਂ, ਸਾਨੂੰ ਬੱਸਾਂ ਨਹੀਂ ਚਾਹੀਦੀਆਂ, ਅਸੀਂ ਨਹੀਂ ਬੱਸਾਂ ਲੈਣੀਆਂ। ਫਿਰ ਕਾਰ ਸੇਵਾ ਵਾਲੇ ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਦਾ ਬੜਾ ਸਤਿਕਾਰ ਕਰਦੇ ਹੁੰਦੇ ਸੀ। ਉਹਨਾਂ ਕਿਹਾ ਕਿ ਉਹ ਸਮਾਂ ਹੋਰ ਸੀ, ਕਿਉਂਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਅੰਬੈਸਡਰ ਕਾਰ ਖਡੂਰ ਸਾਹਿਬ ਲਿਆ ਕੇ ਭੇਟ ਕੀਤੀ ਕਿ ਮਹਾਰਾਜ ਤੁਸੀਂ ਇਸ ਕਾਰ 'ਚ ਪ੍ਰਚਾਰ ਕਰਿਆ ਕਰੋ। ਤੇ ਉਹਨਾਂ ਸਮਿਆਂ 'ਚ ਕਾਰ ਇੱਕ ਬੜੀ ਆਰਾਮਦਾਇਕ ਸਵਾਰੀ ਸੀਗੀ, ਤੇ ਕਿੱਥੇ ਗੱਡਿਆਂ 'ਚ ਜਾਣਾ। ਤੇ ਜਿਹੜੇ ਗਿਆਨੀ ਕਿਰਪਾਲ ਸਿੰਘ ਜੀ ਬਾਅਦ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਬਣੇ, ਉਹ ਮਹਾਂਪੁਰਖਾਂ ਦੇ ਸੀਨੀਅਰ ਵਿਦਿਆਰਥੀਆਂ ਵਿੱਚੋਂ ਸਨ। ਕੁਦਰਤੀ ਕੋਲ ਆਏ ਸੀ ਜਥੇ ਸੰਗਤ ਵਿੱਚ, ਕਹਿਣ ਲੱਗੇ, ਲਓ ਗਿਆਨੀ ਜੀ, ਆਹ ਕਾਰ ਦੀ ਚਾਬੀ ਤੁਸੀਂ ਲੈ ਲਓ। ਉਸੇ ਸਮੇਂ ਉਹਨਾਂ ਨੂੰ ਕਾਰ ਦੇ ਦਿੱਤੀ। ਕਹਿਣ ਲੱਗੇ, ਮਹਾਰਾਜ ਤੁਹਾਡੇ ਵਾਸਤੇ ਲਿਆਂਦੀ ਸੀ। ਕਹਿੰਦੇ, ਨਹੀਂ, ਸਾਨੂੰ ਕਾਰ ਚਾਹੀਦੀ ਨਹੀਂ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਇਉਂ ਹੀ ਮਹਾਂਪੁਰਖਾਂ ਵੱਡਿਆਂ ਦੇ ਜਿਵੇਂ ਨਿਯਮ ਸੀ ਉਹ ਕਹਿਣ ਲੱਗੇ। ਤੇ ਫਿਰ ਸੰਤ ਬਾਬਾ ਉੱਤਮ ਸਿੰਘ ਜੀ ਨੇ ਆਖਿਆ, ਨਹੀਂ ਮਹਾਰਾਜ, ਉਹ ਸਮਾਂ ਹੋਰ ਸੀ, ਹੁਣ ਸਮਾਂ ਤਬਦੀਲ ਹੋ ਗਿਆ ਤੇ ਬੜੀ ਜਲਦੀ ਨਾਲ ਹੋਰ ਤਬਦੀਲ ਹੋ ਜਾਣਾ। ਆਪ ਕਿਰਪਾ ਕਰਕੇ ਇਹ ਬੱਸਾਂ ਦੀ ਸੇਵਾ ਪ੍ਰਵਾਨ ਕਰੋ। ਤੇ ਮਹਾਂਪੁਰਖਾਂ ਨੇ ਫਿਰ ਉਹ ਸੇਵਾ ਪ੍ਰਵਾਨ ਕੀਤੀ। ਤੇ ਇਸ ਜਵਾਬ ਵਿੱਚ ਮਹਾਂਪੁਰਖਾਂ ਨੇ ਆਖਿਆ, ਭਈ ਪ੍ਰਚਾਰ ਜਿਹੜਾ ਅੱਗੇ ਨਾਲੋਂ ਫਿਰ 10 ਗੁਣਾ ਹੋਰ ਵੱਧ ਗਿਆ। ਕਹਿੰਦੇ, ਤੂੰ ਬੱਸਾਂ ਕਾਰਾਂ ਦੀ ਭਾਈ ਗੱਲ ਕਰਦਾ ਹੈ, ਮੈਨੂੰ ਤਾਂ ਨਾਲ ਦੇ ਸਿੰਘ ਕਹਿੰਦੇ ਆ ਕਿ ਤੁਹਾਡੇ ਕੋਲ ਹੈਲੀਕਾਪਟਰ ਚਾਹੀਦਾ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਤੁਹਾਨੂੰ ਸੌਖਾ ਹੋਵੇ। ਇੰਨਾ ਉਦੋਂ ਕਠਿਨਾਈ ਹੁੰਦਿਆਂ ਹੋਇਆਂ ਵੀ 14 ਘੰਟੇ ਲਗਾਤਾਰ ਆਪਣੇ ਮੁਖ ਤੋਂ ਬੋਲਦੇ ਰਹਿੰਦੇ ਸੀ। ਇੰਨਾ ਸਿੱਖੀ ਦਾ ਜਜ਼ਬਾ ਸੀ ਉਹਨਾਂ ਦੇ ਅੰਦਰ। ਤੇ ਫਿਰ ਕਹਿੰਦੇ, ਭਾਈ ਇਹ ਤੇਰੀ ਸ਼ੰਕਾ ਹੈ ਕਿ 5-7 ਸਿੰਘ ਨਾਲ ਰੱਖ ਕੇ ਪ੍ਰਚਾਰ ਹੋ ਸਕਦਾ ਹੈ। ਹਾਂ, ਹੋ ਤਾਂ ਸਕਦਾ, ਪਰ ਕਹਿੰਦੇ ਸਾਰੇ ਵੇਲੇ ਨਹੀਂ ਰਹਿੰਦੇ, ਇਹ ਸਾਰੇ ਗੁਰਬਾਣੀ ਪੜ੍ਹਦੇ ਆ, ਸੰਥਿਆ ਕਰਦੇ ਆ। ਜੋ ਕੁਝ ਮੈਨੂੰ ਬ੍ਰਹਮ ਵਿਦਿਆ ਗੁਰੂ ਕਲਗੀਧਰ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਦਿੱਤੀ ਹੈ, ਉਹ ਸਾਰਿਆਂ ਨੂੰ ਵੰਡਣ ਦੀ ਮੇਰੀ ਸੇਵਾ ਲੱਗੀ ਹੋਈ ਹੈ। ਇਸ ਕਰਕੇ ਥੋੜੇ ਸਮੇਂ ਬਾਅਦ ਇਹ ਵੀ ਬ੍ਰਹਮ ਵਿਦਿਆ ਪਾ ਕੇ ਉਸ ਫਲ ਦੇ ਸਹਿਤ ਫਲੀਭੂਤ ਹੋ ਜਾਣਗੇ। ਪਤਾ ਨਹੀਂ ਕਿਨ ਇਹਨਾਂ ਵਿੱਚੋਂ ਰਾਗੀ ਬਣ ਕੇ ਨਿਕਲਣਾ ਤੇ ਕਿਨ ਕਥਾਵਾਚਕ ਬਣ ਕੇ ਨਿਕਲਣਾ। ਇਸ ਕਰਕੇ ਵਿਹਲੇ ਪ੍ਰਸ਼ਾਦਾ ਛਕਣ ਨੂੰ ਮੇਰੇ ਨਾਲ ਨਹੀਂ ਰਹਿੰਦੇ ਕਿ ਚਲੋ ਪਨੀਰ ਹੀ ਖਾਵਾਂਗੇ ਤਾਂ ਹੀ ਰਹਿੰਦੇ ਆ। ਤੇ ਫਿਰ ਕਹਿੰਦੇ ਆ ਕਿ ਜਥੇ ਦੀ ਇਹ ਇੱਛਾ ਨਹੀਂ ਕਿ ਕਿਸੇ ਨੂੰ ਅਸੀਂ ਕਹਿੰਦੇ ਆ ਕਿ ਸਾਡਾ ਲੰਗਰ ਕਰੋ, ਅਸੀਂ ਤਾਂ ਦਾਲ ਪ੍ਰਸ਼ਾਦਾ ਹੀ ਛਕ ਕੇ ਖੁਸ਼ ਰਹਿੰਦੇ ਆ। ਜੇ ਕਰਕੇ ਕੋਈ ਇੱਛਾ ਕਰਦਾ ਕਿ ਮੈਂ ਗਰੀਬ ਆ, ਸਿੰਘ ਸਾਹਿਬ ਭਾਈ ਰਵੇਲ ਸਿੰਘ ਜੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਜਿਹੜੇ ਗ੍ਰੰਥੀ ਸਿੰਘ ਵਜੋਂ ਸੇਵਾ ਕੀਤੀ ਹੈ, ਹੁਣ ਰਿਟਾਇਰ ਹੋ ਚੁੱਕੇ ਆ, ਉਹਨਾਂ ਦੇ ਆਨਲਾਈਨ ਪਏ ਹੋਏ ਬਚਨ ਨੇ। ਕਹਿੰਦੇ, ਉਹਨਾਂ ਦੱਸਿਆ ਕਿ ਘਰ ਸਾਡੇ ਇੰਨੀ ਗਰੀਬੀ ਸੀ, ਅਸੀਂ ਜਥੇ ਦਾ ਲੰਗਰ ਨਹੀਂ ਸੀ ਕਰ ਸਕਦੇ, ਤੇ ਪਰ ਮਹਾਂਪੁਰਖ ਅੰਤਰਜਾਮੀ ਦਿਲ ਦੀ ਸਾਡੀ ਗੱਲ ਜਾਣ ਕਰਕੇ ਕਹਿੰਦੇ ਨਾ ਸੱਦਿਆ ਸੀ। ਮਹਾਂਪੁਰਖ ਕਹਿੰਦੇ ਮੇਰੇ ਘਰੇ ਆ ਗਏ, ਆ ਕਰਕੇ ਜੋ ਕੁਝ ਉਹਨਾਂ ਨੇ ਬਖਸ਼ਿਸ਼ ਕੀਤੀ, ਕਹਿੰਦੇ ਅਸੀਂ ਕਦੇ ਵੀ ਜਥੇ ਦਾ ਲੰਗਰ ਨਹੀਂ ਸੀ ਕਰ ਸਕਦੇ, ਪਰ ਉਹਨਾਂ ਦੇ ਚਰਨ ਪੈਂਦਿਆਂ ਹੀ ਪਦਾਰਥ ਵਰਨ ਲੱਗ ਪਏ। ਇਹੋ ਜਿਹੇ ਪਦਾਰਥ ਘਰ ਵਿੱਚ ਆਏ ਕਿ ਅਸੀਂ ਆਉਂਦੇ ਸਾਲ ਨੂੰ ਫਿਰ ਜਥੇ ਦਾ ਲੰਗਰ ਕੀਤਾ। ਕਹਿੰਦੇ ਮਨ ਵਿੱਚ ਕਦੇ ਸੋਚਿਆ ਹੀ ਨਹੀਂ ਸੀ, ਗਰੀਬ ਨੂੰ ਉਹ ਗਲੇ ਨਾਲ ਲਾਉਂਦੇ ਸੀ, ਨਤਾਣੇ ਦਾ ਉਹ ਤਾਣ ਬਣ ਜਾਂਦੇ ਸੀ। ਇਹ ਹੈ ਸੰਤ ਦੀ ਪਰਿਭਾਸ਼ਾ। ਪਰ ਜੇਕਰ ਕਿ ਅਮੀਰ ਨਾਲ ਪ੍ਰੇਮ ਕਰੇ ਤੇ ਗਰੀਬ ਨਾਲ ਜਿਹੜਾ ਨਫ਼ਰਤ ਕਰੇ, ਨਤਾਣੇ ਨੂੰ ਤਾਣ ਨਾ ਦੇਵੇ, ਸਾਧ ਸੰਗਤ ਜੀ ਬਾਹਰੋਂ ਦਿਖਾਵੇ ਨਾਲ ਪ੍ਰਭਾਵ ਕਰਕੇ ਤਾਂ ਸੰਸਾਰ ਦੇ ਅੰਦਰ ਕੁਝ ਸਮਾਂ ਲੰਘ ਜਾਂਦਾ ਹੈ। ਹਜ਼ੂਰ ਨੇ ਕਿਹਾ, ਜੀਵਤ ਚਲਤ ਜਗਤ ਕੇ ਕਾਜਾ, ਜਿਉਂਦਿਆਂ ਜੀ ਜਗਤ ਦੇ ਕੰਮ ਤਾਂ ਬੜੇ ਚੱਲਦੇ ਆ, ਬੜੀ ਵਾਹ ਹੁੰਦੀ ਹੈ, ਪਰ ਪਰਲੋਕਨ ਮੈਂ ਤਿਨਕੀ ਗਤ ਨਹੀਂ। ਪਰਲੋਕ ਵਿੱਚ ਉਹਨਾਂ ਦੀ ਕੋਈ ਗਤ ਨਹੀਂ ਹੁੰਦੀ, ਕੋਈ ਭਲਾ ਨਹੀਂ ਹੁੰਦਾ। ਉਹਨਾਂ ਦਾ ਹਾਲ ਕੀ ਹੁੰਦਾ ਹੈ,
महाराज जी ने कहा, भेख दिखाए जगत को, लोगन को बस कीन, अंत काल काती कट्यो, बास नरक मोह लीन। थोड़े समय का सत्कार की कराउणा है। इस करके सतपुरख जिहड़े आ ਉਹ दीर्घ सोच वाले हुंदे आ, दूरंदेश हुंदे आ, अपनी देह का सत्कार नहीं कराउंदे। सच्चे पातशाह जी महाराज के चरणों नाल जोड़ते हैं। ये संत बाबा करतार सिंह जी ने अपने जीवन काल के अंदर एडा ज़्यादा सिक्खी का प्रचार किया, गुरबाणी की कथा की, उन्होंने दी टेप रिकार्डां बहुत इहो जे प्रचलित शब्द ने जिन्हां दे अंदर महापुरखों ने पखंड दीयां धज्जियां उड़ाईयां होईयां। फिर एमरजेंसी के दौरान एडे नगर कीर्तन कढ़ के दस दिता दिल्ली की हुकूमत नूं कि सिंह किवें संघाऊ पुणे नाल जिउंदे आ। बाहां दा जोर खालसे दे अंदर अजे भी मौजूद है, हुकूमत नूं दिखाया। जे करके कोई हुकूमत दहलदी सी ते एक संत बाबा करतार सिंह जी खालसा पिंडरां वालियां दा नाम सी, जिन्हां दे अगे हुकूमत दहल जांदी सी। बहुत उस समय भी सिੱਖੀ ਨੂੰ ਢਾਹ ਲਾਉਣ वास्ते पखंडियां ਦਾ जोर सी, बड़ा ज़्यादा गुरु डम सी ते संगत ਨੂੰ ਜਿਹੜਾ कूड़ प्रचार ਦੇ ਨਾਲ गुरबाणी तो उल्ट देह की पूजा ਵਿੱਚ फसाया ਜਾਂਦਾ ਸੀ। पर महापुरखों ने ਇਹੋ ਜਿਹਾ प्रचार ਦਾ ਜਿਹੜਾ ਸੀ ਉਹ ਦੌਰ ਚਲਾਇਆ कि सिख ਜਿਹੜੇ ਸੀ ਜਾਗ ਪਏ, पखंडियां तो बच गए। क्योंकि ਇਹ ਜਿਹੜੇ ਨਰਕਧਾਰੀਆਂ ਨੂੰ, ਕਿਉਂਕਿ ਨਾਮ ਤਾਂ ਤੁਸੀਂ ਸੁਣਿਆ ਹੀ ਹੈ, ਕਹਿੰਦੇ ਨਿਰੰਕਾਰੀ ਹੈ, ਪਰ ਖਾਲਸੇ ਨੇ ਇਹਨਾਂ ਨੂੰ ਨਰਕਧਾਰੀ ਨਾਮ ਦਿੱਤਾ ਸੀ। ਇਹਨਾਂ ਦਾ ਬੜਾ ਜ਼ਿਆਦਾ ਜ਼ੋਰ ਸੀ ਤੇ ਇਹਨਾਂ ਦੇ ਜੇ ਤੁਸੀਂ ਅਸੂਲ ਵੇਖੋ, ਕੋਈ ਇਹਨਾਂ ਦੀਆਂ ਗੱਲਾਂ, ਕੋਈ ਇਹਨਾਂ ਦੇ ਸਤਸੰਗ ਬਹੁਤ ਜ਼ਿਆਦੀਆਂ ਕੁਰੀਤੀਆਂ ਤੇ ਜਾਪ ਇਸ ਤਰੀਕੇ ਨਾਲ ਕਰਾਉਂਦੇ ਸੀ ਕਿ ਹਨੇਰਾ ਕਰਕੇ ਨਾ, ਬੱਤੀ ਕਰਕੇ ਬੰਦ, ਜਿਹੜਾ ਜਿਹਦੇ ਹੱਥੀਂ ਆ ਜੇ ਬਸ ਉਹੋ ਹੀ ਉਹਦੇ ਨਾਲ ਜੱਫੀ ਪਾ ਕੇ ਤੇ ਇਹ ਨਾਮ ਵੰਡਿਆ ਜਾ ਰਿਹਾ। ਨਾਮ ਵੰਡਦੇ ਸੀ ਕਿ ਕੁਕਰਮ ਕਰਦੇ ਸੀ, ਵਿਚਾਰ ਕਰਾਉਂਦੇ ਸੀ। ਇਸ ਤਰ੍ਹਾਂ ਦੇ ਇਹਨਾਂ ਦੇ ਸਤਸੰਗ ਹੁੰਦੇ ਸੀਗੇ। ਇਹ ਜੋ ਕੁਝ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਸਾਹਮਣੇ ਆਇਆ, ਇਹਦਾ ਸਾਧ ਸੰਗਤ ਜੀ ਸਾਰਾ ਕੁਝ ਬੰਗ ਨੂੰ ਪਹਿਲਾਂ ਹੀ ਬੰਨਿਆ ਗਿਆ ਸੀ। संत बाबा करतार सिंह जी खालसा पिंडरां वाले महापुरखों ने दिल्ली के अंदर हुकूमत नूं सीधी चुनौती देनी ते हुकूमत ने पूछना कौन है, इन्हां नूं गिरफ्तार करो। दास ने जिक्र किया सी, उस समय ज्ञानी जैल सिंह ने आख्या सी, बीबी यही है पिंडरां वाला, जे इहनूं गिरफ्तार किया तो सारे पंजाब नूं अग लग जाएगी, हालात काबू च नहीं आउणगे। क्योंकि उन्हां दीयां मनशा ये सीगियां कि सिੱਖੀ ਦਾ ਨਿਆਰਾਪੁਣਾ खत्म कर दिता जाए। सिख जिहड़े आ इस भारत वर्ष के अंदर अपनी वक्री पछाण गवा के साडे विच ही रल जाण। पर महापुरखों ने आख्या सी कि असीं भुखे दिन तां कट लांगे, पर गिद्दड़ ते जिहड़े भेड़िए बन करके नहीं, शेर बन करके अपनी जिंदगी बतीत करांगे। महापुरख जदों इहो जिहा साध संगत जी जिहड़ा ਇਹ ਐਮਰਜੈਂਸੀ ਵਿੱਚ ਜਦੋਂ ਨਗਰ ਕੀਰਤਨ ਕੀਤੇ ਹੈ ਤੇ ਇਹ ਨਾਰਾ ਕੌਮ ਨੂੰ ਦਿੱਤਾ ਸੀ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਨਾਲ ਕੌਮ ਜਾਗ ਪਈ ਸੀ ਤੇ ਮਹਾਂਪੁਰਖਾਂ ਦੇ ਜਦੋਂ ਸਰੀਰ ਦੇ ਛੱਡਣ ਦਾ ਸਮਾਂ ਆਉਣਾ ਸੀ, 8 ਸਾਲ ਦਾ ਇਹ ਸਮਾਂ ਜਦੋਂ ਆਪ ਨੇ ਟਕਸਾਲ ਦੀ ਸੇਵਾ ਕੀਤੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਬਾਬਤ ਉਹਨਾਂ ਦੇ ਕਥਾ ਵਿੱਚ ਕਹੇ ਹੋਏ ਬਚਨ ਨੇ, ਜਦੋਂ ਕਿਤੇ ਕੋਈ ਨਾਮ ਰਸੀਏ ਗੁਰਸਿੱਖ ਦੀ ਉਦਾਹਰਨ ਦੇਣੀ ਹੁੰਦੀ ਤੇ ਕਿਹਾ ਕਰਦੇ ਕਿ ਭਾਈ ਜਰਨੈਲ ਸਿੰਘ ਇਉਂ ਕਹਿ ਕੇ ਮਹਾਂਪੁਰਖ ਨਾਮ ਲਿਆ ਕਰਦੇ। ਕਈ ਵਾਰ ਜਥੇ ਦੇ ਸਿੰਘਾਂ ਨੇ ਜਦੋਂ ਰਹਿੰਦਿਆਂ ਇਕੱਠਿਆਂ ਕੋਈ ਤਕਰਾਰ ਹੋ ਹੀ ਜਾਂਦੀ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਕਿਸੇ ਤਕਰਾਰ ਕੀਤੀ। ਉਹ ਰਾਤ ਜਦੋਂ ਕਛਹਿਰਾ ਚੱਕ ਕੇ ਪਾਉਣਾ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਆਪਣਾ ਕਛਹਿਰਾ ਛੱਡ ਕੇ ਉਹ ਦੂਸਰੇ ਦਾ ਹੀ ਪਹਿਨ ਲਿਆ ਤੇ ਉਹਨ ਕਛਹਿਰੇ ਤੋਂ ਹੀ ਲੜਾਈ ਕਰ ਲਈ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਕੋਲ ਲੈ ਆਇਆ, ਕਹਿਣ ਲੱਗਾ ਵੇਖੋ ਜੀ ਆ ਭਾਈ ਜਰਨੈਲ ਸਿੰਘ, ਉਹ ਬੈਠੇ ਮਹਾਂਪੁਰਖ ਨਿਤਨੇਮ ਕਰਦੇ ਸੀ ਤੇ ਪਛਾਣ ਲਿਆ, ਚੋਲਾ ਚੱਕ ਕੇ ਕਹਿੰਦਾ ਲਾ ਤੂੰ ਮੇਰਾ ਕਛਹਿਰਾ ਪਾਇਆ।
ਸੰਤਾਂ ਕੋਲ ਲੈ ਆਇਆ, ਕਹਿਣ ਲੱਗਾ ਵੇਖੋ ਜੀ ਮੇਰਾ ਕਛਹਿਰਾ ਚੱਕ ਲਿਆ। ਤੇ ਮਹਾਂਪੁਰਖ ਕਹਿੰਦੇ ਜੇ ਤੇਰਾ ਕਛਹਿਰਾ ਮੈਂ ਚੱਕ ਕੇ ਪਾਇਆ ਹੋਵੇ ਫੇਰ? ਕਹਿੰਦਾ ਮਹਾਰਾਜ ਫਿਰ ਤਾਂ ਮੈਂ ਧੰਨ ਹਾਂ। ਕਹਿੰਦੇ ਬਸ ਮੇਰਾ ਹੀ ਰੂਪ ਹੈ। ਇਉਂ ਮਹਾਂਪੁਰਖਾਂ ਨੇ ਬਚਨ ਕਹੇ ਸੀ ਜਦੋਂ ਅਜੇ ਸੰਤ ਜਰਨੈਲ ਸਿੰਘ ਜੀ ਵਿਦਿਆਰਥੀ ਰੂਪ ਵਿੱਚ ਪੜ੍ਹਿਆ ਕਰਦੇ ਸੀ। ਤੇ ਜਦੋਂ ਅਖੀਰਲੀ ਮੁਲਾਕਾਤ ਹੋਈ ਹੈ, ਇਹ ਤਕਰੀਬਨ ਸਾਰਾ ਦਿਨ 8 ਦਿਨ ਪਹਿਲਾਂ ਰੋਡੇ ਪਿੰਡ ਬਾਹਰ ਖੇਤਾਂ ਵਿੱਚ ਮਹਾਂਪੁਰਖ ਸਾਰਾ ਦਿਨ ਇਕੱਲੇ ਰਹੇ ਹੈ। ਸੰਤ ਬਾਬਾ ਕਰਤਾਰ ਸਿੰਘ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ। ਜਦੋਂ ਫਿਰ ਮਹਾਂਪੁਰਖਾਂ ਨੇ ਇਹ ਭਾਣਾ ਵਰਤਾਉਣਾ ਸੀਗਾ, ਸਾਧ ਸੰਗਤ ਜੀ ਰਾਗੀ ਭਾਈ ਗੁਰਸ਼ਰਨ ਸਿੰਘ ਜੀ ਉਸ ਸਮੇਂ ਕੀਰਤਨ ਦੀ ਸੇਵਾ ਕਰਦੇ ਸੀਗੇ, ਜਿਹੜੇ ਮੇਰੇ ਸੇਵਾ ਦੇ ਦੌਰਾਨ ਇੱਥੇ ਆਏ ਸੀ ਇੰਗਲੈਂਡ ਤੋਂ, ਤੇ ਸੰਗਤਾਂ ਨੇ ਇੱਥੇ ਉਹਨਾਂ ਦੇ ਦਰਸ਼ਨ ਕੀਤੇ ਸੀ। ਉਹ ਉਸ ਸਮੇਂ ਮਹਾਂਪੁਰਖਾਂ ਕੋਲ ਸੇਵਾ ਕਰਦੇ ਸੀ ਕੀਰਤਨ ਦੀ, ਰਾਗੀ ਭਾਈ ਗੁਰਸ਼ਰਨ ਸਿੰਘ ਜੀ ਇੰਗਲੈਂਡ ਵਾਲੇ। ਮਹਾਂਪੁਰਖਾਂ ਨੇ ਉਸ ਸਮੇਂ ਇਹਨਾਂ ਨੂੰ ਕਹਿ ਕੇ ਸ਼ਬਦ ਪੜਵਾਇਆ ਕਿ ਸ਼ਬਦ ਪੜੋ, ਬਹੁਰ ਹਮ ਕਾਹੇ ਆਵਣਗੇ, ਆਵ ਨ ਜਾਣਾ ਹੁਕਮ ਤਸੈ ਕਾ, ਹੁਕਮੇ ਬੁੱਝ ਸਮਾਵਣਗੇ। ਆਪ ਬੈਠਿਆਂ ਬੜੇ ਵਜਦ ਵਿੱਚ ਕੀਰਤਨ ਸੁਣਿਆ ਤੇ ਸ਼ਬਦ ਇਹ ਪੜਵਾਇਆ, ਪਰ ਕੌਣ ਜਾਣਦਾ ਸੀ ਕਿ ਆਪਣੀ ਬਾਬਤ ਪੜਵਾ ਰਹੇ। ਬਾਣੀ ਦੀਆਂ ਪੰਕਤੀਆਂ ਸੁਣਦੇ ਹੋਏ ਪਿਆਰ ਵਿੱਚ ਲਵਲੀਨ ਹੋ ਰਹੇ ਸਨ ਤੇ ਜਾਣੋ ਇਹੀ ਸੁਨੇਹਾ ਦੇ ਰਹੇ ਸੀ ਕਿ ਹੁਣ ਅਸੀਂ ਬਹੁਰੋ ਸੰਸਾਰ 'ਚ ਨਹੀਂ ਆਉਣਾ। ਕਮਾਈ ਸਤਿਗੁਰੂ ਨੇ ਸਾਨੂੰ ਇੰਨੀ ਬਖਸ਼ ਦਿੱਤੀ ਕਿ ਹੁਣ ਸਰੀਰ ਨਹੀਂ ਧਾਰ ਕੇ ਆਉਣਾ ਸੰਸਾਰ ਦੇ ਅੰਦਰ। ਇਹ ਸ਼ਬਦ ਇਹੀ ਕਹਿੰਦਾ ਕਿ ਬਹੁਰ ਹਮ ਕਾਹੇ ਆਵੇਂਗੇ, ਕੀ ਕਰਨਾ ਹੋਣਾ ਹੁਣ ਸੰਸਾਰ ਦੇ ਅੰਦਰ, ਕਿਉਂਕਿ ਆਵਨ ਜਾਣਾ ਹੁਕਮ ਤਸੈ ਕਾ, ਆਉਣਾ ਤੇ ਜਾਣਾ ਮੇਰੇ ਵਾਹਿਗੁਰੂ ਦਾ ਹੁਕਮ ਹੈ। ਉਹ ਮਹਾਰਾਜ ਨੇ ਸਾਨੂੰ ਬੁਝਾਤਾ, ਉਹ ਜਣਾਤਾ ਤੇ ਹੁਕਮੇ ਬੁੱਝ ਸਮਾਵਣਗੇ। ਹੁਣ ਵਾਹਿਗੁਰੂ ਵਿੱਚ ਹੀ ਸਮਾ ਜਾਣਾ। ਫਿਰ ਜਦੋਂ ਪ੍ਰਸ਼ਾਦਾ ਛਕਿਆ ਤੇ ਪ੍ਰਸ਼ਾਦਾ ਛਕਦਿਆਂ ਹੋਇਆ ਮਹਾਂਪੁਰਖਾਂ ਨੇ ਧਾਰਨਾ ਆਪ ਲਾ ਦਿੱਤੀ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਇਉਂ ਧਾਰਨਾ ਪੜ੍ਹਦੇ ਨਹੀਂ ਸੀ ਹੁੰਦੇ, ਪਰ ਬੜੇ ਵਜਦ ਵਿੱਚ ਪਿਆਰ ਨਾਲ ਪੜ੍ਹੀ ਧਾਰਨਾ। ਕਿਸੇ ਨੂੰ ਨਹੀਂ ਸੀ ਪਤਾ ਕਿ ਕਿਹੜਾ ਨਦੀਆਂ ਦਾ ਵਾਹ ਵਿਛੜ ਜਾਣਾ। ਜਦੋਂ ਨਦੀ ਦੇ ਅੰਦਰ ਕੋਈ ਸਫ਼ਰ ਕਰਦਾ ਹੈ ਨਾ, ਇਹਦੇ ਪ੍ਰਮਾਣ ਨੇ। ਜਹਾਜ਼ ਤੇ ਬੈਠ ਕਰਕੇ ਸਵਾਰੀਆਂ ਜਿਹੜੀਆਂ ਨਾ ਉਹ ਨਦੀ ਨੂੰ ਪਾਰ ਕਰਦੀਆਂ, ਪਹਿਲਾ ਪ੍ਰਮਾਣ। ਜਦੋਂ ਨਦੀ ਦੇ ਵਹਿਣ ਦੇ ਵਿੱਚ ਹੋਈਦਾ ਨਾ, ਉਦੋਂ ਜਹਾਜ਼ ਵਿੱਚ ਸਾਰੀਆਂ ਸਵਾਰੀਆਂ ਇਕੱਠੀਆਂ ਹੁੰਦੀਆਂ। ਨਦੀ ਦੇ ਵਹਿਣ ਵਿੱਚ ਵਹਿਣ ਤੋਂ ਪਹਿਲਾਂ ਵੀ ਸਵਾਰੀਆਂ ਦਾ ਆਪਸ ਵਿੱਚ ਕਿਸੇ ਨੂੰ ਕੋਈ ਮੇਲ ਜੋਲ ਨਹੀਂ, ਕੋਈ ਪਤਾ ਨਹੀਂ ਕੌਣ ਕਿੱਥੋਂ ਹੈ, ਕੀ ਹੈ, ਕੁਝ ਨਹੀਂ ਪਤਾ। ਜਦੋਂ ਬੇੜੇ ਵਿੱਚ ਆ ਕੇ ਸਵਾਰ ਹੋਏ ਉਦੋਂ ਇਕੱਠੇ ਹੋ ਗਏ, ਤੇ ਇਕੱਠੇ ਵੀ ਓਨੇ ਸਮੇਂ ਲਈ ਹੈ ਜਦੋਂ ਤੱਕ ਨਦੀ ਪਾਰ ਹੋ ਰਹੀ। ਜਦੋਂ ਨਦੀ ਪਾਰ ਹੋ ਜਾਂਦੀ ਹੈ ਬੇੜੀ, ਉਦੋਂ ਜਿਹੜਾ ਜਿੱਧਰ ਨੂੰ ਜਿਹਦੀ ਮੰਜ਼ਿਲ ਆ ਉਧਰ ਨੂੰ ਤੁਰ ਪੈਂਦਾ। ਕੋਈ ਕਿਸੇ ਦਾ ਸਾਥ ਨਿਭਾਉਂਦਾ ਉਦੋਂ ਕਿ ਬੇੜੇ ਵਿੱਚ ਅਸੀਂ ਇਕੱਠੇ ਸੀ, ਹੁਣ ਇਕੱਠੇ ਰਹੀਏ। ਕਹਿੰਦਾ ਵੀ ਮੈਨੂੰ ਆਪਦਾ ਕੰਮ ਹੈ, ਤੈਨੂੰ ਆਪਦਾ ਕੰਮ ਹੈ। ਆਪੋ ਆਪਣੀ ਮੰਜ਼ਿਲ ਵੱਲ ਸਾਰੇ ਤੁਰ ਪੈਂਦੇ ਆ। ਇਹ ਪ੍ਰਮਾਣ ਨੇ। ਇਹ ਸਾਡੀ ਜਿਹੜੀ ਦੇਹ ਹੈ ਨਾ, ਇਹ ਬੇੜੇ ਦੀ ਨਿਆਈ ਹੈ। ਜੀਵਾਤਮਾ ਇਹਦੇ ਵਿੱਚ ਸਵਾਰ ਹੋਇਆ ਪਿਆ, ਤੇ ਜਿੰਨੇ ਸਾਡੇ ਸੰਗੀ ਸਾਥੀ ਹੈ ਨਾ ਨਾਲ, ਇਹ ਸਾਡੇ ਉਸ ਜੀਵਨ ਦੀ ਨੌਕਾ ਵਿੱਚ ਨਾਲ ਚੜੇ ਹੋਏ ਹੈ। ਕਿਸੇ ਦਾ ਕੋਈ ਵੀ ਕੁਝ ਨਹੀਂ ਲੱਗਦਾ। ਉਹ ਮੁਸਾਫਰ ਹੁੰਦੇ ਆ ਸਾਰੇ। ਕਿਸੇ ਨੂੰ ਕੋਈ ਜਾਣਦਾ ਹੁੰਦਾ ਨਾ, ਕੋਈ ਕਿਸੇ ਦੀ ਵਾਕਫੀ ਤੱਕ ਨਹੀਂ ਹੁੰਦੀ। ਬੈਠੇ ਘੜੀ ਗੱਲਾਂ ਵੀ ਕਈ ਕਰਨ ਲੱਗ ਜਾਂਦੇ ਆ, ਪਰ ਜਦੋਂ ਉਤਰਦੇ ਆ ਕਿਨਾਰੇ ਤੇ ਉਦੋਂ ਆਪੋ ਆਪਣੇ ਰਾਹ ਤੁਰ ਪੈਂਦੇ ਆ। ਕਿਨਾਰੇ ਤੇ ਲੱਗਣਾ ਕੀ ਆ, ਜਦੋਂ ਇਸ ਜੀਵਨ ਦੀ ਨੌਕਾ ਜਿਹੜੀ ਹੈ ਨਾ, ਸਰੀਰ ਦੇ ਅੰਤ ਦਾ ਸਮਾਂ ਆ ਜਾਂਦਾ, ਜਦੋਂ ਇਸ ਦੇਹ ਨੂੰ ਤਿਆਗਣਾ ਹੁੰਦਾ, ਉਦੋਂ ਫਿਰ ਸਾਧ ਸੰਗਤ ਜੀ ਜਿੱਧਰ ਨੂੰ ਵਾਸ਼ਨਾ ਹੈ ਨਾ, ਉਧਰ ਨੂੰ ਉੱਠ ਕੇ ਚਲਿਆ ਜਾਂਦਾ ਹੈ। ਇੰਨਾ ਕੁ ਜੀਆਂ ਦਾ ਸੰਸਾਰ ਦੇ ਅੰਦਰ ਮੇਲਾ ਹੈ। ਇਹ ਜੋੜ ਮੇਲਾ ਇੰਨੇ ਕੁ ਚਿਰ ਦਾ ਜਿੰਨਾ ਚਿਰ ਨਦੀ ਦੇ ਅੰਦਰ ਮੁਸਾਫਰ ਇਕੱਠੇ ਉਸ ਬੇੜੇ ਵਿੱਚ ਜਾ ਰਹੇ। ਫਿਰ ਦੂਸਰਾ ਪ੍ਰਮਾਣ ਦਿੰਦੇ ਆ, ਨਦੀਆਂ ਵਾਹ ਵਿਛੁੰਨਿਆ। ਨਦੀਆਂ ਦੇ ਉੱਤੇ ਪੁਲ ਬਣੇ ਹੁੰਦੇ। ਨਦੀਆਂ ਦੇ ਅੰਦਰ ਵਾਹ ਜਿਹੜਾ ਹੈ ਕੀ ਹੈ, ਵਾਹ ਪ੍ਰਵਾਹ ਹੈ ਪਾਣੀ ਦਾ। ਉਹ ਜਦੋਂ ਪੁਲਾਂ ਦੇ ਵਿੱਚ ਦੀ ਇੱਕ ਵਾਰ ਦੀ ਗੁਜ਼ਰ ਜਾਂਦਾ ਨਾ, ਦੁਬਾਰਾ ਨਹੀਂ ਗੁਜ਼ਰਦਾ। ਉਹਨਾਂ ਪੁਲਾਂ ਥੱਲੋਂ ਫਿਰ ਨਹੀਂ ਪਾਣੀ ਦੁਬਾਰਾ ਲੰਘਦਾ।
ਇਹਦਾ ਪ੍ਰਮਾਣ ਇਹ ਹੈ ਕਿ ਜਿਹੜਾ ਦਿਨ ਇੱਕ ਵਾਰ ਲੰਘ ਰਿਹਾ ਨਾ, ਦੁਬਾਰਾ ਨਹੀਂ ਆਉਣਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਮਹਾਰਾਜ ਇਸ ਕਰਕੇ ਕਹਿੰਦੇ ਕਿ ਆ ਤੂੰ ਸੋਇਆ ਜਾਗ ਇਹ ਅੰਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਤੂੰ ਇਸ ਜੀਵਨ ਨੂੰ ਸੱਚਾ ਸਮਝ ਲਿਆ, ਅਸਲ ਵਿੱਚ ਇਹ ਨਦੀਆਂ ਵਾਹ ਵਿਛੁੰਨੇ ਆ। ਸਤਿਪੁਰਸ਼ਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ, ਤਾਂ ਕਰਕੇ ਕੋਈ ਈਰਖਾ ਕਰੀ ਜਾਵੇ, ਕੋਈ ਕੁਛ ਕਹੀ ਜਾਵੇ, ਹਸੂ ਹਸੂ ਕਰਦਾ ਉਹਨਾਂ ਦਾ ਚਿਹਰਾ, ਸਭ ਨੂੰ ਖੁਸ਼ੀਆਂ ਵੰਡਦਾ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਜਿਹੜੇ ਕੋਈ ਮਹਾਂਪੁਰਖਾਂ ਦੇ ਵੱਡਿਆਂ ਦੇ ਵਿਦਿਆਰਥੀ ਸੀ, ਜੇ ਕੋਈ ਉਹ ਮਾੜਾ ਚੰਗਾ ਸ਼ਬਦ ਵੀ ਕਿਸੇ ਨੇ ਬੋਲਿਆ ਨਾ, ਤੇ ਹੱਥ ਜੋੜ ਕਰਕੇ ਨਿਮਰਤਾ ਦੇ ਨਾਲ ਝੁਕ ਕੇ ਕਿਹਾ, ਮਹਾਰਾਜ ਮੇਰੇ ਵਿੱਚ ਗੁਣ ਨਹੀਂ ਕੋਈ ਵੀ, ਇਹ ਤਾਂ ਸੱਚਖੰਡ ਵਾਸੀ ਮਹਾਂਪੁਰਖਾਂ ਦੀ ਦਇਆ ਹੈ, ਉਹਨਾਂ ਦੀ ਕਿਰਪਾਲਤਾ ਜੋ ਮੈਨੂੰ ਨਿਮਾਣੇ ਨੂੰ ਐਡਾ ਮਾਣ ਬਖਸ਼ਿਸ਼ ਕਰ ਦਿੱਤਾ। ਕਿਉਂਕਿ ਆਪ ਜੀ ਤੋਂ ਵੱਡੇ ਵਿਦਿਆਰਥੀ ਵੀ ਬਹੁਤ ਸਨ, ਜਿਹੜੇ ਬੜੇ ਗੁਣੀ ਸਨ, ਕਥਾ ਵਿੱਚ ਬੜੇ ਨਿਪੁੰਨ ਸਨ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਆਪ ਜੀ ਦੇ ਉੱਪਰ ਧਰੀ, ਉਹ ਵੀ ਪਟਨਾ ਸਾਹਿਬ ਦੇ ਤਖਤ ਦੇ ਉੱਪਰ ਐਡੇ ਵੱਡੇ ਬਖਸ਼ਿਸ਼ ਦੇ ਬਚਨ ਕਹੇ, ਪਰ ਫਿਰ ਵੀ ਸਦਾ ਨਿਮਰਤਾ ਵਿੱਚ ਰਹੇ ਤੇ ਸਿੱਖ ਸੰਗਤਾਂ ਦੇ ਅੰਦਰ ਪਿਆਰ ਵੰਡਿਆ। ਉਹਨਾਂ ਦਾ ਜਿਹੜਾ ਸਰੀਰ ਦਾ ਸਪਰਸ਼, ਉਹਨਾਂ ਦੀ ਦੇਖਣੀ, ਉਹਨਾਂ ਦਾ ਦਰਸ਼ਨ ਸਿੱਖ ਜਗਤ ਦੇ ਅੰਦਰ ਪਾਰਸ ਦੀ ਨਿਆਈ ਸੀਗੀ। ਜਿੰਨੇ ਕੋਈ ਕਵੀਸ਼ਰੀ ਜਥੇ ਸਨ, ਢਾਡੀ ਜਥੇ ਸਨ, ਕੀਰਤਨੀਏ ਜਥੇ ਸਨ, ਸਭ ਮਹਾਂਪੁਰਖਾਂ ਨਾਲ ਪਿਆਰ ਕਰਦੇ ਸੀ, ਬਹੁਤ ਅਥਾਹ ਪਿਆਰ ਕਰਦੇ ਸੀ। ਤੇ ਜਦੋਂ ਮਹਾਂਪੁਰਖੇ ਧਾਰਨਾ ਪੜ੍ਹ ਕੇ ਦੂਸਰਾ ਪ੍ਰਮਾਣ ਤਾਂ ਇਹ ਸੁਣਿਆ, ਤੀਸਰਾ ਇੱਕ ਹੋਰ ਪ੍ਰਮਾਣ ਹੁੰਦਾ। ਜਿਹੜੀ ਨੌਕਾ ਹੁੰਦੀ ਹੈ ਨਾ, ਨੌਕਾ ਪਾਣੀ ਦੇ ਅੰਦਰ ਜਦੋਂ ਚੱਲਦੀ ਹੈ, ਨੌਕਾ ਦੇ ਨਾਲ ਵੀ ਜਿਹੜਾ ਪਾਣੀ ਖਹਿ ਜਾਂਦਾ, ਦੁਬਾਰਾ ਨਹੀਂ ਉਹ ਨੌਕਾ ਨਾਲ ਸੁਮੇਲ ਕਰਦਾ, ਬੇੜੀ ਨਾਲ ਫਿਰ ਨਹੀਂ ਸੁਮੇਲ ਕਰਦਾ। ਇਸ ਕਰਕੇ ਜਿਨ੍ਹਾਂ ਸਰੀਰਾਂ ਵਿੱਚ ਹੁਣ ਅਸੀਂ ਵਿਚਰਦੇ ਹਾਂ, ਜਿਨ੍ਹਾਂ ਨਾਲ ਸਾਡਾ ਮੇਲ ਜੋਲ ਹੈ, ਜਿਹਨੂੰ ਇਹ ਗਿਆਨ ਹੁੰਦਾ ਹੈ, ਉਹਦੇ ਲਈ ਦਵੈਤ ਮੁੱਕ ਜਾਂਦੀ ਹੈ। ਉਹ ਕਿਸੇ ਨਾਲ ਵੈਰ ਭਾਵਨਾ ਨਹੀਂ ਕਰਦਾ, ਮਨਾ ਖੌਰੇ ਇਸ ਫਾਨੀ ਸੰਸਾਰ ਨੂੰ ਕਦੋਂ ਛੱਡ ਕੇ ਚਲੇ ਜਾਣਾ ਹੈ। ਇਸ ਕਰਕੇ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਾ ਚਾਹੀਦਾ, ਹੱਸ ਕੇ ਜਿਉਣਾ ਚਾਹੀਦਾ, ਦੂਸਰੇ ਨੂੰ ਖੁਸ਼ੀ ਵੰਡਣੀ ਚਾਹੀਦੀ ਹੈ, ਤੇ ਉਹ ਖੁਸ਼ੀ ਸ਼ਬਦ ਵਿੱਚੋਂ ਲੱਭਦੀ ਹੈ, ਝੂਠੀਆਂ ਖੁਸ਼ੀਆਂ ਵਿੱਚੋਂ ਖੁਸ਼ੀ ਨਹੀਂ ਮਿਲਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਦੀਵੀ ਖੁਸ਼ੀ ਜਿਹੜੀ ਹੈ ਨਾ, ਆਪਾਂ ਸ਼ਬਦ ਤਾਂ ਪੜ੍ਹਾ ਦਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪਰ ਮਹਾਰਾਜ ਨੇ ਕਿਹਾ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਜੇ ਨਿਮਖ ਮਾਤਰ ਨਾਮ ਦੀ ਦਾਤ ਮਿਲ ਜਾਵੇ ਨਾ, ਜਿਹਦੇ ਨਾਲ ਮਨ ਤੇ ਤਨ ਠੰਡਾ ਪੈ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਇਹੋ ਜਿਹੀ ਖੁਸ਼ੀ ਪੈਦਾ ਕਰਦਾ ਹੈ ਅੰਦਰ, ਫਿਰ ਉਹ ਖੁਸ਼ੀ ਕਦੇ ਨਾਸ਼ ਨਹੀਂ ਹੁੰਦੀ। ਲੱਖਾਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਝੋਲੀਆਂ 'ਚ ਪੈ ਜਾਂਦੀਆਂ। ਮਹਾਂਪੁਰਖਾਂ ਨੇ ਜਦੋਂ ਇਹ ਸ਼ਬਦ ਪੜ੍ਹਾਇਆ, ਫਿਰ ਉੱਥੋਂ ਤੁਰਨਾ ਸੀਗਾ, ਪ੍ਰੋਗਰਾਮ ਬਣੇ ਦੇ ਮੁਤਾਬਕ ਜਦੋਂ ਮਹਾਂਪੁਰਖ ਤੁਰੇ ਹੈ, ਤੇ ਰਸਤੇ ਦੇ ਅੰਦਰ ਇਹ ਲੁਧਿਆਣੇ ਦੇ ਨੇੜੇ ਮਹਾਂਪੁਰਖਾਂ ਦਾ ਐਕਸੀਡੈਂਟ ਦਾ ਜਿਹੜਾ ਭਾਣਾ ਵਾਪਰਦਾ। ਕੁਝ ਸਮਾਂ ਪਹਿਲਾਂ ਰੁਕ ਕਰਕੇ, ਕਾਰ ਨੂੰ ਰੋਕ ਕਰਕੇ, ਤੇ ਜਿਹੜਾ ਸਿੰਘ ਬੈਠਾ ਹੋਇਆ ਸੀ ਨਾ, ਜਿੱਥੇ ਬੈਠਿਆ ਆਪ ਨੂੰ ਸੱਟਾਂ ਲੱਗੀਆਂ, ਉੱਥੋਂ ਉਹਨੂੰ ਉਠਾ ਕਰਕੇ ਉਹਦੀ ਜਗ੍ਹਾ ਤਬਦੀਲ ਕੀਤੀ। ਤੇ ਹੋਰ ਕਿਸੇ ਵੀ ਸਿੰਘ ਦੇ ਕੋਈ ਖਾਸ ਸੱਟ ਨਹੀਂ ਸੀ ਲੱਗੀ। ਪਿੱਛੇ ਬੱਸ ਵਿੱਚ ਸਿੰਘ ਆਉਂਦੇ ਸੀਗੇ, ਬਹੁਤ ਜ਼ਬਰਦਸਤ ਆਪ ਜੀ ਦੇ ਸੱਟਾਂ ਲੱਗੀਆਂ ਸੀ, ਪਸਲੀਆਂ ਟੁੱਟ ਗਈਆਂ ਸੀ ਦਿਮਾਗ ਦੀਆਂ। ਤੇ ਇੱਕ ਸਿੰਘ ਹੁਣ ਫੌਜ ਵਿੱਚ ਉਹ ਨੌਕਰੀ ਕਰਦੇ ਸੀਗੇ, ਉਹਨਾਂ ਨੂੰ ਉਸ ਸਮੇਂ ਉਹ ਨਾਲ ਸੀਗੇ। ਕਹਿਣ ਲੱਗੇ ਜਦੋਂ ਅਸੀਂ ਸਰੀਰ ਨੂੰ ਹੱਥ ਪਾਇਆ ਨਾ ਜਾ ਕਰਕੇ, ਤੇ ਮਹਾਂਪੁਰਖਾਂ ਦੇ ਇੱਕ ਕੱਚ ਜਿਹੜਾ ਸੀ ਕੰਨ 'ਚੋਂ ਵੱਜ ਕੇ ਦੂਸਰੇ ਕੰਨ ਰਾਹੀਂ ਪਾਰ ਹੋ ਗਿਆ ਸੀਗਾ, ਤੇ ਦਬਾਅ ਦੇ ਨਾਲ ਪਸਲੀਆਂ ਟੁੱਟੀਆਂ ਹੋਈਆਂ ਸੀ, ਬੇਹੋਸ਼ ਹੋਇਆਂ ਨੂੰ ਉਠਾਇਆ ਸੀ। ਤੇ ਜਦੋਂ ਬੱਸ ਦੀਆਂ ਪੌੜੀਆਂ 'ਚ ਚਰਨ ਧਰ ਰਹੇ ਸੀ, ਉਹਨਾਂ ਨੂੰ ਇੱਕਦਮ ਹੋਸ਼ ਆਈ ਤੇ ਅੱਖਾਂ ਖੁੱਲੀਆਂ। ਕਹਿੰਦੇ ਕੀ ਹੋਇਆ? ਤੇ ਸੰਤ ਬਾਬਾ ਠਾਕਰ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡਾ ਐਕਸੀਡੈਂਟ ਹੋ ਗਿਆ। ਤੇ ਛਾਤੀ ਦੇ ਵੀ ਉੱਤੇ ਪਸਲੀਆਂ ਟੁੱਟੀਆਂ ਸੀ, ਜ਼ੋਰ ਪਿਆ ਸੀ, ਤੇ ਉੱਥੇ ਸਰੀਰ ਦਰਦ ਮੰਨਦਾ ਸੀ। ਬੈੱਡ ਹੁੰਦਾ ਬੱਸ ਦੇ ਵਿੱਚ, ਉੱਥੇ ਲਟਾਇਆ ਹੋਇਆ ਸੀ। ਤੇ ਹਸਪਤਾਲ ਨੂੰ ਬੱਸ ਜਿਹੜੀ ਸੀ ਬੜੀ ਕਾਹਲੀ ਨਾਲ ਜਾ ਰਹੀ ਸੀ।
ਤੇ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਛਾਤੀ ਦੇ ਉੱਤੇ ਹੱਥ ਫੇਰੀ ਜਾਂਦੇ ਸੀ। ਜਦੋਂ ਕੁਝ ਸਮੇਂ ਲਈ ਮਹਾਂਪੁਰਖ ਸਿੰਘ ਦੱਸਦੇ ਕਿ ਹੱਥ ਫੇਰ ਨੂੰ ਹਟ ਗਏ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਹੱਥ ਫੜ ਕੇ ਆਪ ਹੀ ਉਹਨਾਂ ਦਾ ਤੇ ਆਪਣੀ ਛਾਤੀ ਤੇ ਫੇਰਨ ਲੱਗ ਗਏ। ਜਿਵੇਂ ਉਹਨਾਂ ਦੇ ਹੱਥ ਫੇਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੋਵੇ। ਫਿਰ ਹਸਪਤਾਲ ਦਾਖਲ ਹੋਏ, 13 ਦਿਨ ਹਸਪਤਾਲ ਦੇ ਵਿੱਚ ਰਹੇ। ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ, ਵਜ਼ੀਰਾਂ ਘਾਤੀਆਂ ਸਭ ਨੇ ਮਹਾਂਪੁਰਖਾਂ ਦਾ ਹਰੇਕ ਦੇ ਮੁਖ ਤੇ ਇਹੀ ਸਵਾਲ ਸੀ, ਕੀ ਹਾਲ ਹੈ, ਹੁਣ ਸਿਹਤ ਕਿਸ ਤਰ੍ਹਾਂ ਦੀ ਹੈ। ਸਿੰਘ ਮਹਾਂਪੁਰਖਾਂ ਦੀ ਸਿਹਤ ਜਾਬੀ ਬਾਰੇ ਸੰਗਤਾਂ ਨੂੰ ਦੱਸਦੇ। ਦਿਨ ਬਰ ਦਿਨ ਹਸਪਤਾਲ ਦੇ ਅੰਦਰ ਇਕੱਠ ਬਹੁਤਾ ਹੁੰਦਾ ਗਿਆ। ਜਦੋਂ ਡਾਕਟਰਾਂ ਨੇ ਆਪ ਜੀ ਨੂੰ ਇਹ ਕਿਹਾ, ਸੰਤ ਬਾਬਾ ਜਰਨੈਲ ਸਿੰਘ ਜੀ ਉਸ ਸਮੇਂ ਰਾਤ ਦਿਨ ਕੋਲ ਰਹਿ ਕੇ ਸੇਵਾ ਕੀਤੀ ਸੀ। ਰਾਤ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਡਾਕਟਰਾਂ ਨੇ ਕਿਹਾ ਕਿ ਤੁਹਾਡੇ ਸਿਰ ਦੇ ਜਿਹੜੇ ਆ ਨਾ, ਸਿਰ ਦੇ ਕੇਸ ਕੱਟਣੇ ਪੈਣਗੇ, ਆਪਰੇਸ਼ਨ ਕਰਨਾ ਪੈਣਾ ਹੈ। ਮਹਾਂਪੁਰਖਾਂ ਨੇ ਆਪਣੇ ਧੌਣ ਦੇ ਉੱਤੋਂ ਦੀ ਅੰਗੂਠਾ ਲੰਘਾ ਕਰਕੇ ਕਿਹਾ ਕਿ ਮੇਰਾ ਸਿਰ ਤਾਂ ਕੱਟਿਆ ਜਾ ਸਕਦਾ, ਪਰ ਮੇਰੇ ਕੇਸ ਨਹੀਂ ਕੱਟੇ ਜਾ ਸਕਦੇ। ਕਿਉਂਕਿ ਕੌਮ ਨੂੰ ਇਹ ਉਹਨਾਂ ਨੇ ਨਾਅਰਾ ਦਿੱਤਾ ਸੀ ਆਪਣੀ ਜ਼ਿੰਦਗੀ ਦੇ ਅੰਦਰ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਆਪਰੇਸ਼ਨ ਹੋ ਸਕਦਾ ਸੀ, ਪਰ ਇਸ ਫਾਨੀ ਦੁਨੀਆ ਵਿੱਚ ਥੋੜੇ ਸਵਾਸਾਂ ਲਈ, ਇਸ ਜੀਵਨ ਨੂੰ ਜਿਉਣ ਵਾਸਤੇ ਉਹਨਾਂ ਨੇ ਇਹੋ ਜਿਹਾ ਮਨ ਦੇ ਅੰਦਰ ਸੰਕਲਪ ਨਹੀਂ ਕੀਤਾ। ਖਿੜੇ ਮੱਥੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਜਾਣ ਦਾ ਤਿਆਰਾ ਕੀਤਾ, ਕਿਉਂਕਿ ਇੱਕ ਦਿਨ ਤਾਂ ਇਸ ਫਾਨੀ ਸੰਸਾਰ ਨੂੰ ਛੱਡਣਾ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨ ਸੀ ਮੁਖ ਦੇ ਉੱਪਰ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀਆਂ ਤੁਕਾਂ ਪੜ੍ਹ ਰਹੇ ਸੀ। ਜਦੋਂ ਆਪ ਜੀ ਦਾ ਸਰੀਰ ਜਿਹੜਾ ਸੀ ਉਹ ਸ਼ਾਂਤ ਹੋਇਆ, ਜੋਤੀ ਵਿੱਚ ਜੋਤ ਰਲੀ। ਜਦੋਂ ਮਹਾਂਪੁਰਖਾਂ ਨੇ 13 ਦਿਨ ਹਸਪਤਾਲ ਦੇ ਅੰਦਰ ਰਹਿ ਕਰਕੇ ਆਪਣਾ 5 ਭੂਤਕ ਸਰੀਰ ਤਿਆਗਿਆ, ਸਾਰਿਆਂ ਦੇ ਅੰਦਰ ਜਦੋਂ ਇਹ ਖਬਰ ਪਤਾ ਲੱਗੀ, ਸਭ ਦੇ ਦਿਲ ਗਮਗੀਨ ਹੋ ਗਏ। ਕਿਉਂਕਿ ਪੰਥ ਦੇ ਅੰਦਰ ਇਉਂ ਮਹਿਸੂਸ ਹੋ ਰਿਹਾ ਸੀ ਕਿ ਹੁਣ ਇਸ ਅੰਧਕਾਰ ਦੇ ਵਿੱਚੋਂ ਸਾਨੂੰ ਕੌਣ ਰੌਸ਼ਨੀ ਦਿਖਾਵੇਗਾ। ਕਿਉਂਕਿ ਸੰਤ ਬਾਬਾ ਕਰਤਾਰ ਸਿੰਘ ਜੀ ਇਹੋ ਜਿਹੇ ਥੰਮ ਸਨ ਜਿਨ੍ਹਾਂ ਉੱਤੇ ਕੌਮ ਮਾਣ ਕਰਦੀ ਸੀ, ਪੰਥ ਮਾਣ ਕਰਦਾ ਸੀ ਕਿ ਕੋਈ ਗੁਰੂ ਡੰਮ ਸਿਰ ਨਹੀਂ ਚੱਕ ਸਕਦਾ। ਪਰ ਆਉਣ ਵਾਲੇ ਸਮੇਂ ਨੂੰ ਕੋਈ ਨਹੀਂ ਸੀ ਜਾਣਦਾ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦਾ ਪਿਆ ਹੋਇਆ ਇਹ ਡੂੰਘਾ ਵਿਛੋੜਾ ਫਿਰ ਮਹਾਂਪੁਰਖਾਂ ਦੀ ਪਾਵਨ ਦੇਹੀ ਨੂੰ ਮਹਿਤੇ ਵਿਖੇ ਲਿਆਂਦਾ ਗਿਆ ਤੇ ਸਾਰਾ ਜਿੱਥੇ ਪੰਥ ਇਕੱਠਾ ਹੋਇਆ, ਪਰਿਵਾਰ ਵੀ ਆਇਆ। ਮਹਾਂਪੁਰਖਾਂ ਦੇ ਅੰਤ ਦੇ ਸਮੇਂ ਵਿੱਚ ਬਹੁਤ ਸਾਰਾ ਇਉਂ ਜਦੋਂ ਸਭ ਦੀ ਵੱਡੀ ਇਕੱਤਰਤਾ ਸੀ, ਸਭ ਦੇ ਦਿਲ ਗਮਗੀਨ ਸਨ। ਮਹਾਂਪੁਰਖਾਂ ਦੀ ਚਿਖਾ ਨੂੰ ਚੰਡਾ ਪ੍ਰਚੰਡ ਕੀਤਾ ਗਿਆ ਮਹਿਤੇ ਨਗਰ ਵਿਖੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਮਹਾਂਪੁਰਖਾਂ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਸਾਧ ਸੰਗਤ ਜੀ, ਬਹੁਤ ਇਹ ਜਿਹੜਾ ਜੀਵਨ ਹੈ ਨਾ, ਮੈਂ ਤਾਂ ਕੇਵਲ ਜੋ ਕੁਝ ਜ਼ਿਹਨ ਵਿੱਚ ਆਇਆ ਸੁਣਾਉਣ ਦਾ ਯਤਨ ਕੀਤਾ, ਪਰ ਉਹਨਾਂ ਦਾ ਜੀਵਨ ਸਮੁੰਦਰ ਵਰਗਾ ਵਿਸ਼ਾਲ ਹੁੰਦਾ ਹੈ। ਥੋੜੇ ਸਮੇਂ ਵਿੱਚ ਤੁਸ਼ ਦੀ ਬੁੱਧੀ ਨਾਲ ਕੁਝ ਨਹੀਂ ਸੁਣਾਇਆ ਜਾ ਸਕਦਾ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਮਹਾਰਾਜ ਕਹਿੰਦੇ ਭਾਈ ਸੰਤਾਂ ਦੀ ਮਹਿਮਾ ਤਾਂ ਅਗਾਧ ਬੋਧ ਹੈ, ਅਸੀਂ ਕੀ ਮਹਿਮਾ ਕਥਨ ਕਰਕੇ ਜਿਹੜੀ ਹੈ ਦੱਸੀਏ। ਇਹੋ ਜਿਹਾ ਜੀਵਨ ਉਹਨਾਂ ਨੇ ਜੀਵਿਆ ਜਿਹੜਾ ਇੱਕ ਮਿਸਾਲ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੰਨਾ ਅਦਬ ਕੀਤਾ, ਇੰਨਾ ਸਤਿਕਾਰ ਕੀਤਾ ਕਿ ਸਿੱਖਾਂ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾਗਦੀ ਜੋਤ ਹਨ, 10 ਪਾਤਸ਼ਾਹੀਆਂ ਦਾ ਆਤਮਿਕ ਸਰੂਪ ਹਨ। ਇਹ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਆਪ ਕਮਾਇਆ ਵੀ। ਸਤਿਗੁਰੂ ਜੀ ਨੂੰ ਪ੍ਰਤੱਖ 10 ਪਾਤਸ਼ਾਹੀਆਂ ਦਾ ਸਰੂਪ ਮੰਨਦੇ ਸੀ ਤੇ ਜਦੋਂ ਕੋਈ ਔਕੜ ਦਾ ਸਮਾਂ ਆਉਂਦਾ ਸੀ, ਗਲ ਵਿੱਚ ਪੱਲੂ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਸੀ। ਕਦੇ ਨਹੀਂ ਸੀ ਕਹਿੰਦੇ ਕਿ ਅਸੀਂ ਉਹ ਬਚਨ ਛੱਡਦੇ ਹਾਂ, ਉਹ ਕਰਦੇ ਹਾਂ, ਕਿਉਂਕਿ ਅੱਜ ਪਖੰਡ ਦਾ ਸਮਾਂ ਹੈ। ਹਰ ਕੋਈ ਇਹ ਕਹਿੰਦਾ ਕਿ ਬਈ ਬੜਾ ਸੰਤਾਂ ਦੇ ਬਚਨ ਦਾ ਜ਼ੋਰ ਸੀਗਾ ਉਹਨਾਂ ਵਿੱਚ ਜ਼ੋਰ, ਪਰ ਉਸ ਜ਼ੋਰ ਨੂੰ
ਅੰਦਰ ਰੱਖ ਕਰਕੇ ਗੁਰੂ ਜੀ ਦੀ ਜਿਹੜੀ ਪਵਿੱਤਰ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸ਼ਕਤੀ ਹੈ ਨਾ, ਉਹਦੇ ਅਧੀਨ ਹੀ ਉਹ ਜ਼ੋਰ ਹੁੰਦਾ ਹੈ ਨਾ। ਇਸ ਕਰਕੇ ਗੁਰੂ ਸਾਹਿਬ ਦੀ ਉਸ ਸ਼ਕਤੀ ਦਾ ਉਹ ਪ੍ਰਚਾਰ ਕਰਦੇ ਹੈ ਕਿ ਸ਼ਕਤੀ ਸਾਡੇ ਵਿੱਚ ਨਹੀਂ, ਇਹ ਸ਼ਕਤੀ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਹੈ। ਉਹੋ ਹੀ ਬਾਣੀ ਦੀ ਸ਼ਕਤੀ ਤੇ ਕਲਾ ਸਤਿਗੁਰੂ ਦੀ ਕਿਰਪਾ ਨਾਲ ਸਰੀਰਾਂ 'ਚ ਵਰਤਣ ਲੱਗ ਜਾਂਦੀ ਹੈ। ਉਹਨਾਂ ਦੇ ਕਹੇ ਹੋਏ ਬਚਨ ਕਦੇ ਵੀ ਨਾਸ ਨਹੀਂ ਹੁੰਦੇ, ਪਰ ਫਿਰ ਵੀ ਉਹ ਸਤਿਗੁਰੂ ਜੀ ਦੇ ਬਚਨਾਂ ਨੂੰ ਅਟੱਲ ਤੇ ਸਾਧ ਸੰਗਤ ਜੀ ਸਮਰੱਥ ਕਰਨ ਵਾਸਤੇ ਆਪਣਾ ਸਰੀਰ ਲਾ ਦਿੰਦੇ ਹੈ ਤੇ ਦਿਖਾਉਂਦੇ ਹੈ ਕਿ ਗੁਰੂ ਕੇ ਬਚਨ ਸਮਰੱਥ ਨੇ। ਗੁਰੂ ਸਾਹਿਬ ਦੇ ਬਚਨ ਅਟੱਲ ਹਨ, ਦੇਹਾਂ ਨਾਸ਼ ਹੋ ਜਾਂਦੀਆਂ, ਸ਼ਬਦ ਕਦੇ ਨਾਸ਼ ਨਹੀਂ ਹੁੰਦਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਆਪ ਨੇ ਪਿਆਰੀ ਯਾਦ ਮਨਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗਰੀਬ ਨਿਵਾਸਾਂ ਨੂੰ ਸਿੱਖੀ ਪ੍ਰਦਾਨ ਕਰਨ, ਕਿਉਂਕਿ ਮਹਾਂਪੁਰਖਾਂ ਦੇ ਬਾਅਦ ਵਿੱਚ ਵੀ ਜਦੋਂ ਉਹਨਾਂ ਦੇ ਜੋੜ ਮੇਲੇ ਲੱਗਦੇ ਹੈ ਤੇ ਇਹ ਸੰਗਤਾਂ ਨੂੰ ਵੱਡਾ ਲਾਭ ਉਹਨਾਂ ਦੀ ਸ਼ਖਸੀਅਤ ਤੋਂ ਹੁੰਦਾ ਹੈ ਕਿ ਜ਼ਿੰਦਗੀ ਦੇ ਅੰਦਰ ਗੁਰਮਤ ਨੂੰ ਧਾਰਨ ਕਰਨ ਦਾ ਉਮਾਹ ਆਉਂਦਾ ਹੈ। ਗੁਰਸਿੱਖੀ ਜੀਵਨ ਜਿਉਣ ਵਾਸਤੇ ਸਾਨੂੰ ਚਾਹ ਆਉਂਦਾ ਹੈ ਕਿ ਜੇ ਉਹਨਾਂ ਮਹਾਂਪੁਰਖਾਂ ਨੇ ਐਸਾ ਜੀਵਨ ਜੀਵਿਆ, ਮਨਾ ਜ਼ਿੰਦਗੀ ਤਾਂ ਥੋੜੀ ਹੈ, ਤੂੰ ਵੀ ਆਪਣੀ ਜ਼ਿੰਦਗੀ ਨੂੰ ਗੁਰਮਤ ਦੇ ਸਾਂਚੇ ਵਿੱਚ ਢਾਲ ਲੈ, ਤੂੰ ਵੀ ਇਸ ਰਸ ਨੂੰ, ਇਸ ਆਨੰਦ ਨੂੰ ਪ੍ਰਾਪਤ ਕਰ ਲੈ, ਸੁਖ ਮਾਣ ਕੇ ਨਿਹਾਲ ਹੋਵੇਂਗਾ ਇਸ ਰਸਤੇ ਤੇ ਚੱਲ ਕਰਕੇ। ਆਪ ਨੇ ਉਪਰਾਲਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ। ਸਿੰਘਾਂ ਨੇ, ਨੌਜਵਾਨਾਂ ਨੇ ਬੜਾ ਜਿਹੜਾ ਸੀ ਪਿਆਰ ਨਾਲ ਮੈਨੂੰ ਸੁਨੇਹਾ ਦਿੱਤਾ, ਆਖਿਆ ਗਿਆਨੀ ਜੀ ਜ਼ਰੂਰ ਆਓ। ਮਹਾਰਾਜ ਜੀ ਨੇ ਮਿਹਰ ਕੀਤੀ, ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹੈ। ਬਾਹਰ ਗੱਤਕੇ ਦਾ ਟੂਰਨਾਮੈਂਟ ਵੀ ਚੱਲ ਰਿਹਾ ਹੈ ਤੇ ਤੁਸੀਂ ਉੱਥੇ ਵੀ ਥੋੜਾ ਸਮਾਂ ਜਦੋਂ ਦੀਵਾਨ ਸਮਾਪਤ ਹੁੰਦਾ ਹੈ ਹਾਜ਼ਰੀਆਂ ਭਰਨੀਆਂ, ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ। ਮਹਾਂਪੁਰਖਾਂ ਦੀ ਪਵਿੱਤਰ ਯਾਦ ਮਨਾਈ ਹੈ। ਸਭ ਸੰਗਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦਰ ਕਰਦਾ ਪਿਆਰ ਬਖਸ਼ਿਸ਼ ਕਰਨ, ਰਹਿਮਤਾਂ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।